ਸਵਾਗਤ ਹੈ ਦੋਸਤੋ ਤੁਹਾਡਾ। ਮੈਂ ਹਰਦੇਵ ਕਮਲ ਤੇ ਤੁਸੀਂ ਜੁੜੇ ਹੋ ਮੁਹੱਬਤ ਰੇਡੀਓ ਦੇ ਨਾਲ। ਦੋਸਤੋ, ਮਿੱਟੀ ਦੀ ਖੁਸ਼ਬੂ ਦੇ ਵਿੱਚ ਅੱਜ ਅਸੀਂ ਜਿਸ ਸ਼ਖਸ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ, ਉਹ ਖੁਦ ਵੀ ਮਿੱਟੀ ਦੇ ਨਾਲ ਜੁੜੇ ਹੋਏ ਨੇ। ਜੀ ਹਾਂ, ਸਿੱਧੇ ਤੌਰ 'ਤੇ ਮਿੱਟੀ ਦੇ ਨਾਲ ਜੁੜੇ ਹੋਏ ਨੇ, ਮੈਂ ਇਹ ਕਹਿ ਸਕਦਾ। ਤਾਂ ਅੱਜ ਜਿਹੜੇ ਸਾਡੇ ਮਹਿਮਾਨ ਨੇ ਉਹ ਹਾਸ-ਰਸ ਕਵੀ, ਲੇਖਕ, ਇੱਕ ਆਰਟਿਸਟ, ਬਹੁਤ ਸਾਰੀਆਂ ਹੋਰ ਉਹਨਾਂ ਦੀਆਂ ਖੂਬੀਆਂ ਨੇ, ਉਹ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਮਿਲਵਾ ਰਹੇ ਹਾਂ ਜੀ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਗੁਰਸੇਵਕ ਬੀੜ ਜੀ ਦੇ ਨਾਲ। ਗੁਰਸੇਵਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਹਰਦੇਵ ਕਮਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਨਾ ਚੀਜ਼ ਨੂੰ ਯਾਦ ਕੀਤਾ, ਆਪਣੇ ਸਰੋਤਿਆਂ ਦੇ ਸਨਮੁਖ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਗੁਰਸੇਵਕ ਜੀ, ਤੁਸੀਂ ਜਿਸ ਤਰ੍ਹਾਂ ਇਸ ਵਕਤ ਮੈਂ ਦੇਖ ਰਿਹਾ ਖੇਤਾਂ ਦੇ ਵਿੱਚ ਬੈਠੇ ਹੋ, ਦਰਖਤ ਦੇ ਨੀਚੇ ਤੁਸੀਂ ਆਸਣ ਲਾਏ ਹੋਏ ਨੇ, ਬੜੇ ਮੌਜ ਦੇ ਵਿੱਚ ਲੱਗ ਰਹੇ ਹੋ ਅਤੇ ਮੌਜ ਦੇ ਵਿੱਚ ਰਹੋ। ਖੈਰ, ਅਸੀਂ ਦੁਆ ਵੀ ਕਰਦੇ ਹਾਂ। ਅਤੇ ਤੁਹਾਡੇ ਬਾਰੇ ਜਿੰਨਾ ਕੁ ਦੋਸਤੋ ਮੈਂ ਇਹਨਾਂ ਬਾਰੇ ਜੋ ਤੁਹਾਨੂੰ ਆਪਣੇ ਸ਼ਬਦਾਂ 'ਚ ਦੱਸਣਾ ਚਾਹੂੰਗਾ ਕਿ ਗੁਰਸੇਵਕ ਜੀ ਇੱਕ ਲੇਖਕ ਨੇ, ਹਾਸ-ਰਸ ਕਵੀ ਨੇ, ਇਹ ਇੱਕ ਆਰਟਿਸਟ ਨੇ, ਫਿਲਮਾਂ ਦੇ ਵਿੱਚ ਵੀ ਆ ਰਹੇ ਨੇ, ਔਰ ਨਾਲ ਦੀ ਨਾਲ ਇਹ ਇੱਕ ਕਿਸਾਨ ਨੇ, ਮਿੱਟੀ ਦੇ ਨਾਲ ਜੁੜੇ ਹੋਏ ਨੇ। ਤਾਂ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਦਾ ਟਾਈਟਲ ਹੈ ਜੀ ਮਿੱਟੀ ਦੀ ਖੁਸ਼ਬੂ, ਤਾਂ ਅੱਜ ਮੈਨੂੰ ਲੱਗਦਾ ਸਾਡੇ ਦੋਸਤਾਂ ਨੂੰ ਵਾਕਈ ਹੀ ਮਿੱਟੀ ਦੀ ਖੁਸ਼ਬੂ ਆ ਰਹੀ ਹੋਣੀ ਹੈ ਸਾਡੀ ਗੱਲਬਾਤ ਦੇ ਵਿੱਚੋਂ। ਤਾਂ ਦੋਸਤੋ, ਤੁਹਾਨੂੰ ਗੱਲਬਾਤ ਦੇ ਵਿੱਚ ਕਾਫੀ ਮਜ਼ਾ ਆਉਣ ਵਾਲਾ, ਕਿਉਂਕਿ ਗੁਰਸੇਵਕ ਜੀ ਹਾਸ-ਰਸ ਕਵੀ ਨੇ, ਔਰ ਇਹਨਾਂ ਨਾਲ ਜੋ ਜ਼ਿੰਦਗੀ ਪ੍ਰਤੀ ਇਹਨਾਂ ਦੇ ਬਾਰੇ ਗੱਲਾਂ ਕਰਾਂਗੇ ਉਹ ਵੀ ਵਿਅੰਗ ਭਰਪੂਰ ਹੋਣਗੀਆਂ, ਮੈਨੂੰ ਐਂ ਲੱਗਦਾ। ਗੁਰਸੇਵਕ ਜੀ, ਤੁਹਾਡਾ ਸਵਾਗਤ ਹੈ। ਅਤੇ ਤੁਸੀਂ ਆਪਣੇ ਬਾਰੇ ਜੇ ਚੰਦ ਸ਼ਬਦਾਂ 'ਚ ਕੁਝ ਕਹਿਣਾ ਚਾਹੋ ਤਾਂ ਕੀ ਕਹੋਗੇ? ਮੈਂ ਤਾਂ ਆਪਣੇ ਬਾਰੇ ਕੀ ਕਹਿਣਾ, ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦਾ। ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਪੁੱਛੀ ਚੱਲੋ, ਦੱਸੀ ਜਾਊਂਗਾ। ਨਹੀਂ, ਅਸੀਂ ਮੀਆਂ ਮਿੱਠੂ ਬਣਨ ਲਈ ਤੁਹਾਨੂੰ ਨਹੀਂ ਕਹਿ ਰਹੇ, ਬਲਕਿ ਤੁਸੀਂ ਅਗਰ ਆਪਣੀ ਜ਼ਿੰਦਗੀ ਨੂੰ ਚੰਦ ਸ਼ਬਦਾਂ 'ਚ ਪਰਿਭਾਸ਼ਿਤ ਕਰਨਾ ਹੋਵੇ ਕਿ ਗੁਰਸੇਵਕ ਬੀੜ ਇਹ ਹੈ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਗਰ ਆਪਾਂ ਸ਼ਾਰਟ 'ਚ ਇੰਗਲਿਸ਼ ਦੇ ਵਿੱਚ ਗੱਲ ਕਰਦੇ ਹਾਂ, ਪ੍ਰੋਫਾਈਲ। ਪ੍ਰੋਫਾਈਲ ਤਾਂ ਇਹ ਚੀਜ਼ ਹੈ ਵੀ ਪਰਮਾਤਮਾ ਨੇ ਜਿੱਥੇ ਭੇਜਤਾ, ਜਿੱਥੇ ਰੱਖ ਰਿਹਾ, ਐਨ ਜਮਾ ਨਜ਼ਾਰਿਆਂ 'ਚ ਰਹਿ ਰਹੇ ਆ, ਕਾਟੋ ਫੁੱਲਾਂ 'ਤੇ ਹੈ, ਅਤੇ ਦੁਆ ਕਰਦੇ ਹਾਂ ਵੀ ਐਸੇ ਰੰਗਾਂ 'ਚ ਹੀ ਰੱਖੇ। ਬਹੁਤ ਵਧੀਆ, 100% ਸੰਪੂਰਨ ਹੈ, ਕਿਸੇ ਵੀ ਚੀਜ਼ ਦੀ ਆਪਾਂ ਨੂੰ ਕੋਈ ਘਾਟ ਨਹੀਂ। ਬਿਲਕੁਲ। ਅੱਜ ਦੀ ਕੜੀ ਦੋਸਤੋ, ਹਰ ਇਨਸਾਨ, ਕਿਉਂਕਿ ਚਾਹੇ ਕਿਸੇ ਕੋਲ ਕਿੰਨਾ ਹੀ ਕੁਛ ਆ ਜਾਏ, ਕਿੰਨਾ ਕੁਛ ਉਹਦੀ ਜ਼ਿੰਦਗੀ 'ਚ ਮਿਲ ਜਾਏ, ਲੇਕਿਨ ਘਾਟ ਹਮੇਸ਼ਾ ਉਸ ਨੂੰ ਕਿਸੇ ਨਾ ਕਿਸੇ ਚੀਜ਼ ਦੀ ਰੜਕਦੀ ਰਹਿੰਦੀ ਹੈ। ਇਹ ਚੀਜ਼ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਕਿ ਹਾਂ, ਉਸ ਦੀ ਜ਼ਿੰਦਗੀ 100% ਸੰਪੂਰਨ ਹੈ। ਤਾਂ ਜਾਣ ਕੇ ਖੁਸ਼ੀ ਹੋਈ। ਤਾਂ ਗੁਰਸੇਵਕ ਬੀੜ ਜੀ, ਜਿਸ ਤਰ੍ਹਾਂ ਕਿ ਤੁਸੀਂ ਹਾਸ-ਰਸ ਕਵੀ ਦੇ ਵਜੋਂ ਜ਼ਿਆਦਾਤਰ ਜਾਣੇ ਜਾਂਦੇ ਹੋ, ਹਾਸ-ਰਸ ਕਵੀ ਦਰਬਾਰਾਂ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਹੋ, ਜਾਂ ਫਿਰ ਇਹ ਕਹਿ ਲਈਏ ਜਿਹੜੇ ਵੀ ਕਵੀ ਦਰਬਾਰ 'ਚ ਹਿੱਸਾ ਲੈਂਦੇ ਹੋ ਉਹਨੂੰ ਹਾਸ-ਰਸ ਬਣਾ ਦਿੰਦੇ ਹੋ। ਤਾਂ ਤੁਹਾਡੀ ਇਸ ਕਾਬਲੀਅਤ ਨੂੰ ਅਸੀਂ ਆਪਣੇ ਦਰਸ਼ਕਾਂ, ਆਪਣੇ ਸਰੋਤਿਆਂ ਦੇ ਰੂਬਰੂ ਵੀ ਕਰਨਾ ਚਾਹਾਂਗੇ। ਤਾਂ ਸ਼ੁਰੂਆਤ ਮੇਰਾ ਖਿਆਲ ਹੈ ਕਿ ਆਪਾਂ ਇੱਕ ਹਾਸ-ਰਸ ਕਵਿਤਾ ਤੋਂ, ਜਾਂ ਜਿਹੜੀ ਵੀ ਤੁਸੀਂ ਚਾਹੋ ਉਸ ਕਵਿਤਾ ਤੋਂ ਕਰਦੇ ਹਾਂ। ਫਿਰ ਨਹੀਂ, ਮੈਂ ਤਾਂ ਕਹਿੰਦਾ ਹਰਦੇਵ ਜੀ, ਗੱਲ ਇਹ ਆ ਵੀ ਅਸੀਂ ਅਕਸਰ ਹੀ ਸੁਣਦੇ ਹਾਂ ਵੀ ਕੋਈ ਵੀ ਪ੍ਰੋਗਰਾਮ ਜਦੋਂ ਸ਼ੁਰੂ ਕਰਨਾ ਤਾਂ ਉਸ ਪਰਮਾਤਮਾ ਅੱਗੇ ਅਰਦਾਸ ਜੋਦੜੀ ਕਰਨੀ ਹੈ। ਹਾਸ-ਰਸ ਤਾਂ ਚੱਲੂਗਾ, ਜਿੱਥੇ ਕਹੋਗੇ ਆਪਾਂ ਉੱਥੇ ਹੀ ਲਾ ਦਿਆਂਗੇ। ਬਿਲਕੁਲ ਬਿਲਕੁਲ, ਹਾਸੇ ਵਾਲੀ ਤਾਂ ਕੋਈ ਚੱਕਰ ਹੀ ਨਹੀਂ। ਪਰ ਮੈਂ ਚਾਹੁੰਦਾ ਵੀ ਜਿਹੜਾ ਇਹ ਪ੍ਰੋਗਰਾਮ ਹੈ, ਇਹ ਮੇਰੀ ਇੱਕ ਰਾਹੀਂ ਅਰਦਾਸ। ਪਹਿਲੀ ਕਵਿਤਾ ਆਪਾਂ ਫਿਰ ਉਸ ਪਰਮ ਪਿਤਾ ਪਰਮਾਤਮਾ, ਉਸ ਅਕਾਲ ਪੁਰਖ ਦੇ ਨਾਮ ਦਿੰਦੇ ਹਾਂ ਜੀ। ਜੀ ਆਉਣ ਦਿਓ ਗੁਰਸੇਵਕ ਜੀ। ਬਿਲਕੁਲ, ਵੀ ਉਸ ਅੱਗੇ ਦੁਆ ਵੀ ਮੈਂ ਜਿਹੜੇ ਰਸਤੇ ਤੇ ਮੈਨੂੰ ਤੋਰ ਰਹੇ ਨੇ ਤੇ ਮੈਂ ਉਸ ਰਸਤੇ ਤੋਂ ਭਟਕਾ ਨਾ, ਮੇਰੀ ਕਲਮ ਹੈ ਜਿਹੜੀ ਉਹ ਬਕਾਊ ਨਾ ਹੋਵੇ, ਸੱਚ ਲਿਖੇ। ਸੋ ਗੀਤ ਪੇਸ਼ ਹੈ। ਕਰ ਰਹਿਮਤ ਮੇਰੇ ਤੇ ਸਾਈਆਂ, ਮੈਂ ਆਪਣੇ ਰਸਤਿਓਂ ਭਟਕਾਂ ਨਾ, ਮੈਂ ਤਕੜਾ ਵੇਖ ਕੇ ਕੰਬਾਂ ਨਾ, ਮਾੜਾ ਵੇਖ ਕੇ ਮਾਰਾਂ ਭੜਕਾਂ ਨਾ। ਕਰ ਰਹਿਮਤ ਮੇਰੇ ਤੇ ਸਾਈਆਂ, ਮੈਨੂੰ ਹਰ ਇੱਕ ਦੇ ਹੀ ਚਿਹਰੇ ਤੋਂ ਬਸ ਤੇਰੀ ਹੀ ਇੱਕ ਝਲਕ ਪਵੇ। ਜਦ ਦੇਖਾਂ ਦੁੱਖ ਗਰੀਬਾਂ ਦੇ, ਨੈਣਾਂ ਦਾ ਜੋੜਾ ਛਲਕ ਪਵੇ। ਸਭ ਨੂੰ ਹੀ ਮੀਤ ਬਣਾ ਲਾਂ ਮੈਂ, ਤੇ ਕਿਸੇ ਦੀ ਅੱਖ 'ਚ ਰੜਕਾਂ ਨਾ। ਕਰ ਰਹਿਮਤ ਮੇਰੇ ਤੇ ਸਾਈਆਂ, ਮੈਂ ਆਪਣੇ ਰਸਤਿਓਂ ਭਟਕਾਂ ਨਾ। ਧਨ ਦੌਲਤ ਮੈਨੂੰ ਬਖਸ਼ ਦੇਈਂ, ਪਰ ਤੈਨੂੰ ਵੀ ਨਾ ਭੁੱਲ ਜਾਵਾਂ। ਇਹ ਇੰਨਾ ਵੀ ਨਾ ਬਖਸ਼ ਦੇਈਂ, ਕਿਤੇ ਇਸੇ ਵਿੱਚ ਨਾ ਰੁੱਲ ਜਾਵਾਂ।
ਮੈਂ ਨੀਵੀਂ ਪਾ ਕੇ ਤੁਰਾਂ ਸਦਾ, ਮੇਰੀ ਤੋਰ ਚ ਆਵਣ ਮੜਕਾਂ ਨਾ। ਕਰ ਰਹਿਮਤ ਮੇਰੇ ਤੇ ਸਾਈਆਂ, ਮੈਂ ਆਪਣੇ ਸੱਚ ਲਿਖਣ ਦੀ ਤਾਕਤ ਬਖਸ਼ ਦੇਈ, ਮੇਰੀ ਇਸ ਕਲਮ ਨਮਾਣੀ ਨੂੰ। ਬੜੀ ਸਾਨੀ ਦੇ ਨਾਲ ਛਾਨ ਸਕੇ, ਸੇਵਕ ਇਹ ਦੁੱਧ ਚੋਂ ਪਾਣੀ ਨੂੰ। ਮੈਂ ਤੁਰਦਾ ਰਹਾ ਨਿਰੰਤਰ ਹੀ, ਕਦੇ ਡਿੱਗਾ ਨਾ ਕਦੇ ਅੜਕਾਂ ਨਾ। ਕਰ ਰਹਿਮਤ ਮੇਰੇ ਤੇ ਸਾਈਆਂ, ਮੈਂ ਆਪਣੇ ਰਸਤਿਓਂ ਭਟਕਾਂ ਨਾ। ਮੈਂ ਤਕੜਾ ਵੇਖ ਕੇ ਕੰਬਾਂ ਨਾ, ਮਾੜਾ ਵੇਖ ਕੇ ਮਾਰਾਂ ਭੜਕਾਂ ਨਾ। ਕਰ ਰਹਿਮਤ ਮੇਰੇ ਤੇ ਸਾਈਆਂ। ਵਾਹ ਜੀ ਵਾਹ, ਬਹੁਤ ਖੂਬ ਗੁਰਸੇਵਕ ਜੀ, ਤੁਸੀਂ ਉਸ ਅਕਾਲ ਪੁਰਖ ਦੇ ਨਾਮ 'ਤੇ ਪਹਿਲੀ ਹਾਜ਼ਰੀ ਲਗਵਾਈ ਹੈ। ਤਾਂ ਹੁਣ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਇਹ ਤੁਸੀਂ ਕਿਉਂਕਿ ਕਿੱਤੇ ਵਜੋਂ ਕਿਸਾਨ ਹੋ, ਤਾਂ ਕਿਸਾਨ ਨੂੰ ਇੰਨੇ ਸਾਰੇ ਕੰਮ ਹੁੰਦੇ ਨੇ, ਘਰ ਦੇ ਕੰਮ ਹੁੰਦੇ ਨੇ, ਖੇਤਾਂ ਦੇ ਕੰਮ ਹੁੰਦੇ ਨੇ, ਜਾਂ ਹੋਰ ਇੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਤਾਂ ਇਹ ਸਾਰਾ ਕੁਝ ਨਿਰਵਾਹ ਕਰਦੇ ਹੋਏ ਤੁਸੀਂ ਇੱਕ ਲੇਖਕ, ਕਵੀ, ਇਹ ਕਿਵੇਂ ਬਣ ਗਏ? ਪਹਿਲਾਂ ਤਾਂ ਇਹ ਦੱਸੋ, ਅਤੇ ਫਿਰ ਇਸ ਨੂੰ ਕਿਵੇਂ ਹੈਂਡਲ ਕਰਦੇ ਹੋ ਤੁਸੀਂ? ਇਹ ਤਾਂ ਹਰਦੇਵ ਜੀ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਜਿਸ ਕਾ ਥੋੜੀ ਜਿਹੀ ਆਵਾਜ਼ ਕੱਟ ਰਹੀ ਹੈ, ਮੇਰਾ ਖਿਆਲ ਹੈ ਕਿ ਤੁਸੀਂ ਮਾਈਕ ਨੂੰ ਹੱਥ 'ਚ ਫਾੜ ਹੀ ਲਓ ਉਸੇ ਤਰ੍ਹਾਂ। ਹਾਂ ਹਾਂਜੀ ਹਾਂ, ਹਰਦੇਵ ਜੀ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਜੀ। ਸਾਰਾ ਕੁਝ ਉਸੇ ਤੇ ਛੱਡਿਆ ਪਿਆ, ਆਪਣੇ ਆਪ ਕੰਮ ਹੋਈ ਜਾਂਦਾ, ਕੋਈ ਸਮੱਸਿਆ ਨਹੀਂ ਮੈਨੂੰ ਅਜੇ ਤਾਈਂ ਆਉਂਦੀ ਜੀ। ਕਈ ਵਾਰੀ ਆ ਜਾਂਦਾ ਵੀ ਇੱਕ ਦੋ ਕੰਮ ਹੋ ਜਾਂਦੇ ਇਕੱਠੇ ਆ ਜਾਂਦੇ, ਇੱਕ ਹੋ ਜਾਂਦਾ ਕੋਈ ਰਹਿ ਜਾਂਦਾ, ਪਰ ਆਪਾਂ ਬਾਹਲੀ ਟੈਨਸ਼ਨ ਵੀ ਨਹੀਂ ਲਈ, ਤੇ ਬਸ ਜਿਵੇਂ ਉਹ ਚਲਾਈ ਜਾਂਦਾ ਐਨ ਜਮਾ ਉਹਦੀ ਰਜਾ ਦੇ ਵਿੱਚ। ਅੱਛਾ, ਪੂਰੀ ਸੰਤੁਸ਼ਟੀ ਹੈ ਜ਼ਿੰਦਗੀ ਦੀ। ਠੀਕ ਹੈ। ਤੇ ਜਿਵੇਂ ਉਹ ਕੰਮ ਕਰਾਈ ਜਾਂਦਾ, ਜਿੱਧਰ ਨੂੰ ਲੈ ਜਾਂਦਾ, ਟੁੱਟੇ ਪੱਤੇ ਵਰਗੀ ਵਧੀਆ ਜੀ ਜ਼ਿੰਦਗੀ ਹੈ, ਜਿੱਧਰ ਨੂੰ ਹਵਾ ਆਉਂਦੀ ਲਈ ਜਾਂਦੀ ਹੈ, ਪਰ ਪੱਤੇ ਦੀ ਸਿਹਤ ਤੇ ਕੋਈ ਅਸਰ ਨਹੀਂ, ਉਹ ਮੈਂ ਨਜ਼ਾਰਿਆਂ 'ਚ ਹੀ ਉੱਡਦਾ ਫਿਰਦਾ ਜੀ। ਅੱਛਾ, ਲਿਖਣ ਵਾਲਾ ਕੰਮ ਫਿਰ ਕਦੋਂ ਕੁ ਸ਼ੁਰੂ ਕੀਤਾ ਸੀ ਗੁਰਸੇਵਕ ਜੀ? ਹਰਦੇਵ ਜੀ ਇਹ ਮੈਂ ਜਿਹੜਾ ਲਿਖਣ ਦਾ ਕੰਮ ਸੀਗਾ, ਇਹ ਬਿਮਾਰੀ ਮੈਨੂੰ ਲੱਗੀ ਹੈ 1991-92 ਦੇ ਕਰੀਬ, ਜਦੋਂ ਮੈਂ DAV ਕਾਲਜ ਬਠਿੰਡਾ ਛੱਡਣ ਵਾਲਾ ਸੀ। ਅੱਛਾ। ਕਿਉਂਕਿ ਉਦੋਂ ਮੇਰਾ ਇੱਕ ਦੋਸਤ ਨੇ ਕਵਿਤਾ ਲਿਖੀ ਹੈ, ਉਹ ਗੁਰਮੀਤ ਸਿੰਘ ਮਾਨ ਵਾਲਾ ਮੇਰਾ ਦੋਸਤ ਹੈ ਹੁਣ ਵੀ, ਉਹਨੇ ਕਵਿਤਾ ਲਿਖ ਕੇ ਕਾਲਜ ਦੇ ਮੈਗਜ਼ੀਨ ਦੇ ਵਿੱਚ ਛਪਾ ਲਈ ਸੀ। ਅੱਛਾ। ਤੇ ਜਦੋਂ ਮੈਂ ਪੁੱਛਿਆ, ਮੈਂ ਕਿਹਾ ਕਵਿਤਾ ਕਿਵੇਂ ਲਿਖੀ ਹੈ? ਕਹਿੰਦਾ ਬਾਈ ਕਵਿਤਾ ਲਿਖਣੀ ਬਹੁਤ ਔਖੀ ਆ, ਸਾਰੀ ਰਾਤ ਜਾਗਣੀ ਪੈਂਦੀ ਹੈ। ਅੱਛਾ। ਤੇ ਮੈਂ ਕਿਹਾ ਯਾਰ ਆਪਾਂ ਵੀ ਜਾਗਿਆ ਕਰਗੇ। ਮੈਂ ਕੀ ਕੀਤਾ, ਹੋਰ ਕਾਲਜਾਂ ਦੇ ਮੈਗਜ਼ੀਨ ਇਕੱਠੇ ਕਰਕੇ ਉਹਨਾਂ ਦੇ ਵਿੱਚੋਂ ਕੁਛ ਕਵਿਤਾਵਾਂ ਚੱਕ ਕੇ ਉਹਨਾਂ ਨੂੰ ਵਿੱਚੋਂ ਨਾ ਥੇ ਕੁਛ ਉਧਰੋਂ ਮਿਲਾ ਲਿਆ, ਕੁਛ ਮਾੜਾ ਮੋਟਾ ਜਿਹਾ ਕਰਕੇ ਆਪਰੇਸ਼ਨ ਜਿਹਾ ਕਰਕੇ, ਤੇ ਅਗਲੀ ਵਾਰ ਮੈਂ ਕਿਹਾ ਮੈਂ ਵੀ ਕਿਤਾਬ ਛਪਾਊਂਗਾ ਮੈਗਜ਼ੀਨ ਦੀ ਉਹਦੇ ਵਿੱਚ। ਪਰ ਪ੍ਰੋਫੈਸਰ ਸਾਹਿਬ ਨੂੰ ਪਤਾ ਹੁੰਦਾ ਵੀ ਇਹਦੀ ਲਿਖੀ ਨਹੀਂ ਜਾਏ, ਕਿਸੇ ਦੀ ਹੋਰ ਉਹਨਾਂ ਨੇ ਪੜ੍ਹ ਲਈ। ਠੀਕ ਹੈ। ਵੀ ਲਿਖੀ ਤਾਂ ਇਹ ਤੇਰੀ ਹੈ ਨਹੀਂ, ਦੱਸਿਆ ਮੈਨੂੰ ਹੈ ਨਹੀਂ ਵੀ ਇਹਦਾ ਹੌਸਲਾ ਟੁੱਟ ਜੂ। ਕਹਿੰਦੇ ਬਹੁਤ ਵਧੀਆ, ਤੇ ਮੈਗਜ਼ੀਨ 'ਚ ਛਪ ਜੂ, ਹੋਰ ਵੀ ਵਧੀਆ ਲਿਖਿਆ ਕਰੋ। ਤੇ ਜਦੋਂ ਪਤਾ ਲੱਗਿਆ ਵੀ ਅਗਲੇ ਸਾਲ ਦਾ ਮੈਗਜ਼ੀਨ ਆਇਆ, ਉਹਦੇ 'ਚ ਛਪੀ ਨਾ ਉਹ, ਤੇ ਮੈਂ ਕਿਹਾ ਯਾਰ ਬੜਾ ਕੰਮ ਹੋਇਆ, ਇੰਨਾ ਚੋਰੀ ਵੀ ਕਰੀ ਸੀ ਤੇ ਰਾਸ ਵੀ ਨਹੀਂ ਆਈ। ਅੱਛਾ। ਉਦੋਂ ਬਾਅਦ ਥੋੜੀ ਜੀ ਉਹਨੇ ਚਿਰ ਦੇ ਵਿੱਚ ਐ ਹੋ ਗਿਆ ਵੀ ਅਗਲੇ ਸਾਲ ਤਾਂ ਮੇਰੀ ਰਚਨਾ ਆਈ ਜਾਊਗੀ ਮੈਗਜ਼ੀਨ 'ਚ, ਮੈਂ ਹੋਰ ਲਿਖਣ ਲੱਗ ਗਿਆ। ਅੱਛਾ। ਉਹ ਲਿਖਦੇ ਬਠਿੰਡੇ ਬੱਸ ਸਟੈਂਡ ਦੇ ਵਿੱਚ ਇੱਕ ਜਲੰਧਰ ਤੋਂ ਅਖਬਾਰ ਛਪਦਾ ਹੁੰਦਾ ਸੀ, ਸਪਤਾਹਕ ਸਮਰਾਟ। ਸਮਰਾਟ, ਹਾਂ ਹਾਂ। ਤੇ ਸਮਰਾਟ, ਤੇ ਉਹਦੇ ਵਿੱਚ ਤਾਲਬ ਜੀ ਸੀਗੇ ਮਤਲਬ, ਤੇ ਚਮਨ ਲਾਲ ਸ਼ੁਗਲ ਜੀ ਉਹਦੇ ਵਿੱਚ ਕੁਛ ਨਾ ਕੁਛ ਸੀਗਾ ਉਹਨਾਂ ਦਾ ਯੋਗਦਾਨ। ਹਾਸਰਸ ਕਵੀ ਸੀਗੇ ਉਹ। ਹਾਂ ਹਾਂ। ਤੇ ਉਹਨਾਂ ਨੇ ਇਹਨੂੰ ਰਚਨਾ ਭੇਜਦੀ, ਉਹ ਸੋਧ ਕੇ ਛਾਪਣ ਲੱਗ ਗਏ ਵਿੱਚ ਉਹਦੇ। ਅੱਛਾ। ਮੈਗਜ਼ੀਨ ਆਉਣ ਤੋਂ ਪਹਿਲਾਂ ਉਹਦੇ ਵਿੱਚ ਇੱਕ ਦੋ ਰਚਨਾਵਾਂ ਜੀਆਂ ਛਪ ਗਈਆਂ, ਤੇ ਇਹਨੇ ਨਾਲ ਹੌਸਲਾ ਵੱਧ ਗਿਆ। ਤੇ ਉਦੋਂ ਬਾਅਦ ਇਹ ਬਿਮਾਰੀ ਹੌਲੀ ਹੌਲੀ ਪਹਿਲੀ, ਦੂਜੀ, ਤੀਜੀ ਸਟੇਜ ਤੇ ਹੁੰਦੀ ਹੁਣ ਤਾਂ ਪਤਾ ਨਹੀਂ ਕਿਹੜੀ ਸਟੇਜ ਤੇ ਜਾ ਕੇ ਜੀ। ਅੱਛਾ, ਹੁਣ ਕਿਹੜੀ ਸਟੇਜ ਤੇ ਪਹੁੰਚ ਚੁੱਕੀ ਆ, ਉਹ ਵੀ ਲੇਟੈਸਟ ਵੀ ਦੱਸ ਦਿਓ, ਕਿੰਨੀਆਂ ਕਿਤਾਬਾਂ ਤੁਹਾਡੀਆਂ ਆ ਚੁੱਕੀਆਂ ਨੇ? ਹਰਦੇਵ ਜੀ ਜਿਹੜੀ ਪਹਿਲੀ ਕਿਤਾਬ ਸੀ ਮੇਰੀ, ਹਾਸੇ ਦਾ ਬਾਦਸ਼ਾਹ, ਇੱਕ ਕਾਫੀ ਚਿਰ ਪਹਿਲਾਂ ਨਾ ਬੱਸਾਂ ਦੇ ਵਿੱਚ 2 ਰੁਪਈਆਂ ਦੀ ਕਿਤਾਬ ਛਪਦੀ ਹੁੰਦੀ ਸੀ। ਚਾਚਾ ਭਤੀਜਾ ਪੁੱਠਾ ਸਿੱਧਾ, ਇਹੋ ਜਿਹੇ ਨਾਂ ਜੇ ਹੁੰਦੇ। ਅੱਛਾ।
ਬਸ ਤੁਰੇ ਜਾਂਦੇ ਉਹ ਮਿਲਦੀ 15-20 ਪੇਜਾਂ ਦੀ ਹੁੰਦੀ ਹੋਣੀ ਆ ਹਾਂ ਹਾਂ ਵੀ ਤੁਰੇ ਜਾਂਦੇ ਲੋਕ ਚੁਟਕਲੇ ਵਗੈਰਾ ਹੁੰਦੇ ਸੀਗੇ ਉਹਦੇ ਚ ਤੇ ਕਾਫੀ ਵਿਕਦੀਆਂ ਹੁੰਦੀਆਂ ਉਹ ਅੰਮ੍ਰਿਤਸਰ ਤੋਂ ਛਪਦੀ ਹੁੰਦੀ ਸੀ ਚਤਰ ਸਿੰਘ ਜੀਵਨ ਸਿੰਘ ਉਹ ਛਪਦੇ ਹੁੰਦੇ ਤੇ ਉਹ ਲਿਖਦੇ ਲਿਖਦੇ ਚਮਨ ਲਾਲ ਸ਼ੁਗਲ ਜੀ ਕਹਿੰਦੇ ਗੁਰਸੇਵਕ ਤੇਰੀ ਆਪ ਦੀ ਕਿਤਾਬ ਹੀ ਨਾ ਛਪਾ ਦਈਏ ਤੇ ਸਾਰੀਆਂ ਤੇਰੀਆਂ ਰਚਨਾਵਾਂ ਇੰਨੀਆਂ ਕੁ ਹੋ ਗਈਆਂ। ਅੱਛਾ ਸ਼ੁਭ ਸਿੱਖਿਆ ਇਹੋ ਜਿਹਾ ਕੁਝ ਜਿਹਾ ਹੁੰਦਾ ਸੀ ਉਹਦੇ ਚ। ਹਾਂ ਹਾਂ ਪਹਿਲੀ ਕਿਤਾਬ ਮੇਰੀ ਉਹ ਛਾਪੀ ਸੀ ਉਹਨਾਂ ਨੇ ਹਾਸੇ ਦਾ ਬਾਦਸ਼ਾਹ ਜੀ। ਹੂੰ ਜਿਵੇਂ ਅੱਜ ਕੱਲ ਬੱਚੇ LKG UKG ਚੋਂ ਨਿਕਲਦੇ ਆ ਮੈਂ ਵੀ ਇਸੇ ਕੈਟਾਗਰੀ ਚੋਂ ਨਿਕਲਿਆ ਪਿਆ। ਪਹਿਲੀ ਕਿਤਾਬ ਬਿਲਕੁਲ ਛੋਟੀ ਜੀ ਸੀਗੀ। ਉਸ ਤੋਂ ਬਾਅਦ ਜਿਹੜੀ ਦੂਜੀ ਪ੍ਰੋਪਰ ਕਿਤਾਬ ਸੀ ਉਹ ਲੋਕ ਗੀਤ ਨੇ ਛਾਪੀ ਸੀਗੀ ਮਾਫ ਕਰੀ ਤੂੰ ਅੰਬੀਏ ਮੇਰੀ। ਅੱਛਾ ਉਸ ਤੋਂ ਬਾਅਦ ਗੀਤਾਂ ਦੇ ਯੁੱਗ ਨੂੰ ਬੀੜ ਬੁੱਲੇ ਦੇ ਬੋਲ ਜਿਹੜੀ ਬਾਅਦ ਦੇ ਵਿੱਚ ਆਪਣੇ ਪਲਾਂਘਾਂ ਦੇ ਨਾਂ ਤੇ ਦੂਸਰਾ ਐਡੀਸ਼ਨ ਛਪਿਆ। ਤੇ ਉਸ ਤੋਂ ਬਾਅਦ ਫਿਰ ਆਪਣਾ ਜਿਹੜੀ ਹੁਣ ਲੇਟੈਸਟ ਆਈ ਹਾਸ ਰਸੇ ਚਮਚੇ ਤੇ ਕੁੱਲ ਮਿਲਾ ਕੇ ਚਮਚੇ ਕੁੱਲ ਮਿਲਾ ਕੇ ਮੈਨੂੰ ਲੱਗਦੀ ਵੱਡੀਆਂ ਛੋਟੀਆਂ 5 ਕਿਤਾਬਾਂ ਮੇਰੀਆਂ ਆਪਦੀਆਂ ਆਈਆਂ ਤੇ ਜਿਹੜੇ ਹੋਰ ਛੋਟੇ ਮੋਟੇ ਸਾਂਝੀਆਂ ਜੀਆਂ ਕਿਤਾਬਾਂ ਆਈਆਂ ਜਾਂ ਕਿਸੇ ਚ 5 ਕਿਸੇ 4 ਰਚਨਾਵਾਂ ਆਈਆਂ ਉਹਨਾਂ ਦਾ ਤਾਂ ਨਾਂ ਤੇ ਮੈਨੂੰ ਕੋਈ ਪਤਾ ਨਹੀਂ ਕਿਹੜੀ ਕਿੱਥੇ ਛਪ ਰੂੰਗੇ ਚ ਰਹਿ ਗਈਆਂ ਉਹ ਤਾਂ ਰੂੰਗੇ ਚ ਹੀ ਆ ਜੀ। ਅੱਛਾ ਤੇ ਹੁਣ ਫਿਰ ਇੱਕ ਰਚਨਾ ਹੋ ਜੇ ਹਾਸ ਰਸ ਤਾਂ ਫਿਰ ਹੁਣ ਤਾਂ ਹੋਣੀ ਚਾਹੀਦੀ ਹੈ ਜੀ। ਬਿਲਕੁਲ ਹਾਸ ਰਸ ਕਵਿਤਾ ਹਾਂਜੀ ਸੌਂ ਕੇ ਨੀਂਦ ਨਾ ਆਵੇ ਹਾਂ ਅੱਛਾ ਕੀ ਇਹਦਾ ਟਾਈਟਲ ਹੀ ਹੈ ਵੀ ਕਹ ਸੌਂ ਕੇ ਨੀਂਦ ਨਾ ਆਵੇ ਜਾਂ ਫਿਰ ਖਾ ਕੇ ਭੁੱਖ ਨਾ ਲੱਗੇ। ਕੀ ਬਾਤ ਹੈ। ਸੌਂ ਕੇ ਨੀਂਦ ਨਾ ਆਵੇ ਜਾਂ ਫਿਰ ਖਾ ਕੇ ਭੁੱਖ ਨਾ ਲੱਗੇ ਗੁਰਸੇਵਕ ਡਾਕਟਰ ਕੋਲ ਫੌਰਨ ਆਓ ਭੱਜੇ ਇੱਕ ਮਰੀਜ਼ ਮੈਂ ਠੀਕ ਸੀ ਕਰਿਆ ਨੀਂਦ ਨਹੀਂ ਸੀ ਆਉਂਦੀ ਦਿੱਤੀ ਦਵਾਈ ਐਸਾ ਸੁੱਤਾ ਮਰ ਗਈ ਦੁਨੀਆ ਠਾਉਂਦੀ। ਇੱਕ ਮਰੀਜ਼ ਦੇ ਦੰਦ ਦੁਖਦੇ ਸੀ ਦੰਦਾਂ ਵਿੱਚ ਪੀਕ ਇੱਕ ਕਿਸੋਂ ਨਾਲ ਕੱਢਤੇ ਸਾਰੇ ਅੱਜ ਕੱਲ ਬਿਲਕੁਲ ਠੀਕ। ਕੀ ਬਾਤ ਹੈ ਕਹਿੰਦਾ ਮੇਰਾ ਸੁਰਮਾ ਅੱਖ 'ਚ ਪਾ ਲੇ ਜਿਹੜਾ ਵੀ ਇੱਕ ਵਾਰੀ ਨਾ ਹੀ ਰਹਿੰਦੀ ਅੱਖ ਤੇ ਨਾ ਹੀ ਅੱਖ ਦੀ ਕੋਈ ਬਿਮਾਰੀ। ਕੀ ਬਾਤ ਹੈ। ਨਾ ਰਹੇਗਾ ਬਾਂਸ ਨਾ ਵੱਜੂਗੀ ਬਾਂਸਰੀ। ਠੀਕ ਹੈ। ਤੇ ਅੱਜ ਕੱਲ ਇੱਕ ਸਮੱਸਿਆ ਹਰਦੇਵ ਜੀ ਧੌਲੇ ਹਰੇਕ ਦੇ ਆ ਜਾਂਦੇ ਮੈਨੂੰ ਲੱਗਦਾ ਤੁਹਾਡੇ ਵੀ ਆ ਗਏ ਹੋਣਗੇ ਛੋਟੀ ਉਮਰ 'ਚ ਹੀ ਆ ਜਾਂਦੇ ਆ। ਬਿਲਕੁਲ ਬਹੁਤ ਦੁਖੀ ਆ ਜੀ ਧੌਲਿਆਂ ਤੋਂ ਆ ਕੇ ਲੋਕੀ ਦੱਸਣ ਰੋਡੇ ਕਰ ਤੋਰੀ ਜਾਵਾਂ ਵੇਖ ਕੇ ਲੋਕੀ ਹੱਸਣ। ਕੀ ਬਾਤ ਹੈ। ਜੜੀ ਮੁਕਾ ਦਿਓ ਰੋਗ ਦੀ। ਕੀ ਬਾਤ ਹੈ। ਹਾਂਜੀ ਮੈਨੂੰ ਤਾਂ ਜੀ ਭੁੱਖ ਨਹੀਂ ਲੱਗਦੀ ਮਾਰ ਗਿਆ ਇੱਕ ਜੱਕੜ 7 ਦਿਨ ਬੰਨ ਕੇ ਭੁੱਖਾ ਰੱਖਿਆ 8ਵੇਂ ਖਾ ਗਿਆ ਲੱਕੜ। ਕੀ ਬਾਤ ਹੈ। ਬਿਲਕੁਲ ਕਹਿੰਦਾ ਕੁੱਤੇ ਦੇ ਵੱਢਿਆਂ ਲਈ ਵੀ ਇਲਾਜ ਸਪੈਸ਼ਲ ਲੱਭਿਆ ਕਿਉਂਕਿ ਡਾਕਟਰ ਖੁਦ ਵੀ ਹੈ ਕੁੱਤੇ ਦਾ ਵੱਢਿਆ। ਕੀ ਬਾਤ ਹੈ। ਜਮਾ ਸਿਰਾ ਲਾਇਆ ਜੀ। ਹਾਂਜੀ ਕਹਿੰਦਾ ਸਿਰ ਖੁਰਕਣ ਦਾ ਟਾਈਮ ਨਹੀਂ ਲੱਗਦਾ ਭੀੜ ਬਥੇਰੀ ਰਹਿੰਦੀ ਜੂਆਂ ਵਾਲਾ ਡਾਕਟਰ ਦੁਨੀਆ ਪਿਆਰ ਨਾਲ ਹੈ ਕਹਿੰਦੀ। ਕੀ ਬਾਤ ਹੈ। ਕਹਿੰਦਾ ਰੋਗੀ ਦਾ ਤਾਂ ਪਤਾ ਨਹੀਂ ਪੂਰਾ ਰੋਗ ਨਹੀਂ ਜੇ ਰਹਿੰਦਾ ਹੋਰ ਡਾਕਟਰਾਂ ਵਾਂਗੂ ਪਰ ਮੈਂ ਫੀਸ ਨਹੀਂ ਬਾਹਲੀ ਲੈਂਦਾ। ਕੀ ਬਾਤ ਰਹੇ ਕਲੀਨਿਕ ਖੁੱਲਾ ਮੇਰਾ ਜਦ ਜੀ ਕਰਦਾ ਆਉਣਾ ਲੇਕਿਨ ਆਉਣ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਲਿਖਾਉਣਾ। ਕੀ ਬਾਤ। ਦੂਆ 44 42 12 ਫੋਨ ਨੰਬਰ ਹਮਾਰਾ ਪਰ ਮਹੀਨੇ ਚੋਂ 30 ਦਿਨ ਤਾਂ ਰਹਿੰਦਾ ਡੈਡ ਵਿਚਾਰਾ। ਕੀ ਬਾਤ। ਡਾਕ ਰਾਹੀਂ ਦਵਾਈ ਘੱਲਣ ਦਾ ਹੈ ਪੂਰਾ ਪ੍ਰਬੰਧ ਐਤਵਾਰ ਨੂੰ ਰਹੇ ਕਲੀਨਿਕ ਅੱਧੇ ਦਿਨ ਤੱਕ ਬੰਦ। ਠੀਕ ਹੈ। ਭਾਵੇਂ ਕੋਈ ਹਿੰਦੂ ਮੁਸਲਮ ਭਾਵੇਂ ਸਿੱਖ ਈਸਾਈ ਸਾਰਿਆਂ ਨੂੰ ਕੰਟਰੋਲ ਰੇਟ ਤੇ ਸੇਵਕ ਦੇਵੇ ਦਵਾਈ ਸਾਰਿਆਂ ਨੂੰ ਗੁਰਸੇਵਕ ਦੇਵੇ ਹਾਸੇ ਦੀ ਮੁਫਤ ਦਵਾਈ। ਕੀ ਬਾਤ ਹੈ। ਅੱਜ ਕੱਲ ਹਾਸੇ ਦੀ ਦਵਾਈ ਤਾਂ ਇਹ ਮਿਲਣੀ ਬੜੀ ਮੁਸ਼ਕਿਲ ਹੋ ਗਈ ਹੈ ਔਰ ਕਹਿ ਸਕਦੇ ਹਾਂ ਕਿ ਇਹ ਕਿਸੇ ਵੀ ਕੀਮਤ 'ਤੇ ਨਹੀਂ ਮਿਲਦੀ। ਇਹ ਹਾਸੀ ਹੀ ਅੱਜ ਇਨਸਾਨ ਦੇ ਜੋ ਬੁੱਲ੍ਹਾਂ ਤੋਂ ਗਾਇਬ ਹੋ ਚੁੱਕੀ ਹੈ। ਤਾਂ ਗੁਰਸੇਵਕ ਜੀ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਕਿ ਮੇਰੇ ਖਿਆਲ 'ਚ ਕਿ ਕੋਈ ਬੰਦਾ ਅਗਰ ਹੱਸਣ ਦੀ ਕੋਸ਼ਿਸ਼ ਕਰੇ ਕੋਈ ਪੈਸੇ ਖਰਚ ਕੇ ਵੀ ਉਹ ਹਾਸਾ ਖਰੀਦ ਨਹੀਂ ਸਕਦਾ। ਤਾਂ ਇਹ ਇੱਕ ਸਮਾਜ ਸੇਵਾ ਵੀ ਹੈ ਮੈਨੂੰ ਲੱਗਦਾ। ਅਤੇ ਵੈਸੇ ਵੀ ਤੁਸੀਂ ਸਮਾਜ ਸੇਵਾ ਦੇ ਕੰਮ 'ਤੇ ਵੀ ਜੋ ਮੈਂ ਜਿੰਨੀ ਕੁ ਪ੍ਰੋਫਾਈਲ ਤੁਹਾਡੇ ਬਾਰੇ ਜਾਣਦਾ ਜਿੰਨਾ ਕੁ ਕਿ ਤੁਸੀਂ ਸਮਾਜ ਸੇਵਾ ਦੇ ਵੀ ਕਾਫੀ ਕੰਮਾਂ ਦੇ ਵਿੱਚ ਜੁੜੇ ਹੋਏ ਹੋ। ਤਾਂ ਜਿਸ ਤਰ੍ਹਾਂ ਅਕਸਰ ਖੂਨਦਾਨ ਦੀ ਮੁਹਿੰਮ ਦੀ ਜਦੋਂ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਵੀ ਮੈਂ ਸੁਣਿਆ ਕਿ ਤੁਹਾਡਾ ਕਾਫੀ ਯੋਗਦਾਨ ਰਿਹਾ ਅਤੇ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਬਿਲਕੁਲ ਕਹਿਣਾ ਚਾਹਾਂਗੇ ਜੀ ਜੀ। ਕਿਉਂਕਿ
ਅਸੀਂ 6ਵੀਂ 7ਵੀਂ ਚ ਪੜ੍ਹਦੇ ਹੁੰਦੇ ਸੀ, ਗੋਡ ਹੈਲਪਸ ਦੋਜ਼ ਹੂ ਹੈਲਪਸ ਦੈਮਸੈਲਵਸ, ਵੀ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਜਿਹੜੇ ਕਿਸੇ ਦੀ ਮਦਦ ਕਰਦੇ ਆ ਜੀ। ਤੇ ਇਨਸਾਨ ਦਾ ਤਾਂ ਸਭ ਤੋਂ ਵੱਡਾ ਫਰਜ਼ ਹੀ ਇਹ ਹੈ ਵੀ ਉਹ ਜੇ ਕਿਸੇ ਦੀ ਮਦਦ ਕਰਨਾ, ਉਹਨੂੰ ਸਾਨੂੰ ਉਸ ਪ੍ਰਮਾਤਮਾ ਨੇ ਲਾ ਲਓ ਵੀ ਇੱਕ ਚੀਜ਼ ਦਿੱਤੀ ਹੈ, ਅਕਲ ਦਿੱਤੀ ਹੈ ਕਿਸੇ ਦੀ ਮਦਦ ਕਰਨ ਵਾਸਤੇ, ਇਹ ਸਿਰਫ ਬੰਦਾ ਕਰ ਸਕਦਾ। ਪਰ ਅੱਜ ਕੱਲ ਵੇਖਿਆ ਵੀ ਬੰਦਾ ਇੰਨਾ ਜ਼ਿਆਦਾ ਲਾਲਚੀ ਹੋ ਗਿਆ, ਉਹ ਆਪਣਾ ਮਿਸ਼ਨ ਭੁੱਲ ਚੁੱਕਿਆ। ਕਈ ਵਾਰੀ ਸੜਕਾਂ ਦੇ ਵਿੱਚ ਵੇਖਿਆ ਐਕਸੀਡੈਂਟ ਹੋਇਆ ਪਿਆ ਹੁੰਦਾ, ਤੇ ਉੱਥੇ ਅੱਜ ਕੱਲ ਅਸੀਂ ਮੋਬਾਈਲ ਨਾਲ ਵੀਡੀਓ ਬਣਾ ਕੇ ਨੈਟ ਤੇ ਤਾਂ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਜੇ ਮੋਬਾਈਲ ਤੇ ਅਸੀਂ ਮਤਲਬ ਵੀਡੀਓ ਬਣਾਉਣ ਦੀ ਬਜਾਏ ਉਹਦੀ ਚੱਕ ਕੇ ਕੋਈ ਉਹਨੂੰ ਕਿਸੇ ਹਸਪਤਾਲ ਵਗੈਰਾ ਪਹੁੰਚਾਇਆ ਜਾਵੇ ਤਾਂ ਉਹਦੀ ਜ਼ਿੰਦਗੀ ਬਚ ਸਕਦੀ ਹੈ ਤੇ ਸਾਡਾ ਕੰਮ ਹੈ ਜਿਹੜਾ ਉਹ ਸਹੀ ਹੋ ਸਕਦਾ ਜੀ। ਚੰਗਾ ਸਾਨੂੰ ਫੇਰ ਕਹਿਣਗੇ, ਇਹ ਨਹੀਂ ਕਿਸੇ ਨੇ ਚੰਗਾ ਕਹਿਣਾ ਵੀ ਜੀ ਇਹਨੇ ਮਤਲਬ ਐਕਸੀਡੈਂਟ ਹੋਏ ਦੀ ਵੀਡੀਓ ਬਣਾਤੀ ਜੀ। ਤੇ ਸਾਨੂੰ ਜਿਹੜੀ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਵੀ ਆਪਾਂ ਦਿਖਾਵੇ ਨਾਲੋਂ ਜਿਹੜੀ ਚੀਜ਼ ਆਪ ਕੰਮ ਕਰੀਏ ਪਹਿਲਾਂ। ਆਮ ਤੌਰ ਤੇ ਮੈਂ ਵੇਖਿਆ ਕਈ ਲੇਖਕ ਇਹੋ ਜਿਹੇ ਆ ਬਾਈ ਜੀ ਦਾਰੂ ਪੀਂਦੇ ਆ, ਬੁਰਾ ਹਾਲ ਬੈਕੇ ਦਿਹਾੜੇ, ਪਰ ਜਦੋਂ ਲੋਕਾਂ ਨੂੰ ਲੈਕਚਰ ਕਰਦੇ ਆ, ਲੋਕਾਂ ਨੂੰ ਦੱਸਦੇ ਆ, ਉਦੋਂ ਫਿਰ ਪਤਾ ਲੱਗਦਾ ਵੀ ਹਾਥੀ ਦੇ ਦੰਦ ਆ, ਖਾਣ ਨੂੰ ਹੋਰ ਆ, ਦਿਖਾਉਣ ਨੂੰ ਹੋਰ ਹੈ ਜੀ। ਪਹਿਲਾਂ ਆਪਣੇ ਜੀਵਨ ਤੇ ਮੇਰਾ ਸਭ ਤੋਂ ਵੱਡੀ ਇਹ ਗੱਲ ਹੈ ਵੀ ਮੈਂ ਇਹ ਗੱਲ ਕਹਿਣਾ ਵੀ ਮੇਰੇ ਤੇ ਸਪੈਸ਼ਲ ਨਿਗਾਹ ਰੱਖੋ। ਜਿਹੜੀ ਗੱਲ ਮੈਂ ਕਹੀ ਹੈ ਕਿਤੇ ਵੀ ਜੇ ਝੂਠੀ ਹੁੰਦੀ ਹੈ ਤਾਂ ਮੈਨੂੰ ਬਾਂਹ ਫੜ ਕੇ ਕਹੋ ਬਾਈ ਜੀ ਇੱਥੇ ਤੁਸੀਂ ਆਹ ਗੱਲ ਕਹੀ ਸੀ ਤੇ ਤੁਸੀਂ ਆਪ ਤੇ ਉਹ ਲਾਗੂ ਨਹੀਂ ਕੀਤਾ, ਹੋਰਾਂ ਵਾਸਤੇ ਕਿਉਂ ਜੀ ਦੱਸਦੇ ਹੋ ਜੀ। ਬਿਲਕੁਲ। ਇਸ ਕਰਕੇ ਖੂਨਦਾਨ ਆ ਜਿਹੜਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਖੂਨਦਾਨ ਕਰਦਾ। ਬਿਲਕੁਲ। ਤੇ ਮੈਂ ਚਾਹੂੰਗਾ ਵੀ ਖੂਨਦਾਨ ਵਾਲੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਗੀਤ ਜਦੋਂ ਆਪਾਂ ਨੂੰ ਟਾਈਮ ਲੱਗਿਆ ਵੀ ਤਾਂ ਕਿ ਵੀ ਹੋਰਾਂ ਨੂੰ ਵੀ ਖੂਨਦਾਨ ਕਰਨਾ ਚਾਹੀਦਾ, ਇਸ ਲਹਿਰ ਦੇ ਵਿੱਚ ਆਉਣਾ ਚਾਹੀਦਾ। ਬਹੁਤ ਵੱਡਾ ਪੁੰਨ ਹੈ, ਨਾਲੇ ਪੁੰਨ ਹੈ ਨਾਲੇ ਫਲੀਆਂ। ਬਿਲਕੁਲ ਬਿਲਕੁਲ, ਬਹੁਤ ਵਧੀਆ ਸੰਦੇਸ਼ ਤੁਸੀਂ ਗੁਰਸੇਵਕ ਜੀ ਦਿੱਤਾ, ਕਿਉਂਕਿ ਅੱਜ ਦੀ ਘੜੀ ਆਪਾਂ ਦੇਖਦੇ ਹਾਂ ਕਿ ਸੋਸ਼ਲ ਵਰਕ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਹਰ ਬੰਦਾ ਚਾਹੁੰਦਾ ਕਿ ਮੈਂ ਸਮਾਜ ਸੇਵਾ ਕਰਾਂ, ਚਾਹੇ ਉਹ ਨਾਮ ਪਿੱਛੇ ਲਾ ਲਓ ਜਾਂ ਫਿਰ ਕੋਈ ਮਜਬੂਰੀ ਹੋ ਜਾਂਦੀ ਹੈ ਕਈ ਵਾਰ ਬੰਦੇ ਦੀ ਸਮਾਜ ਸੇਵਾ ਕਰਨਾ। ਲੇਕਿਨ ਸਮਾਜ ਸੇਵਾ ਅਗਰ ਅਸੀਂ ਆਪਣੇ ਆਪ ਤੋਂ ਸ਼ੁਰੂ ਕਰੀਏ ਤਾਂ ਜ਼ਿਆਦਾ ਬਿਹਤਰ ਹੁੰਦੀ ਹੈ। ਵਧੀਆ ਸੰਦੇਸ਼ ਤੁਸੀਂ ਦਿੱਤਾ। ਅਸੀਂ ਪਹਿਲਾਂ ਤਾਂ ਸਵੈਮ ਸੇਵਕ ਬਣਨਾ, ਸਮਾਜ ਸੇਵਕ ਤਾਂ ਅਸੀਂ ਆਪਣੇ ਆਪ ਬਣ ਜਾਵਾਂਗੇ। ਤਾਂ ਵਧੀਆ ਤੁਸੀਂ ਗੱਲ ਕੀਤੀ ਹੈ ਜੀ। ਤਾਂ ਹੁਣ ਮੈਂ ਗੱਲ ਕਰੂੰਗਾ, ਤੁਹਾਡਾ ਇੱਕ ਦੂਸਰਾ ਪੱਖ ਹੈ ਉਹ ਹੈ ਐਕਟਿੰਗ ਦਾ। ਕਈ ਫਿਲਮਾਂ ਦੇ ਵਿੱਚ ਵੀ ਮੈਂ ਤੁਹਾਨੂੰ ਰੋਲ ਕਰਦਿਆਂ ਦੇਖਿਆ, ਤਾਂ ਉਹ ਜਿਹੜਾ ਹੈ ਉਹ ਪੱਖ ਥੋੜ੍ਹਾ ਆਪਣਾ ਉਜਾਗਰ ਕਰੋ ਕਿ ਉਹ ਕਿੱਥੇ ਕਿੱਥੇ ਤੁਸੀਂ ਕੀ ਕੀ ਕੰਮ ਕੀਤਾ ਹੈ। ਹਰਦੇਵ ਕਮਲ ਜੀ, ਇਹ ਵੀ ਜਿਹੜੀ ਬਿਮਾਰੀ ਹੈ ਇਹਦਾ ਵੀ ਜਦੋਂ ਆਪਾਂ ਢੰਗਾਈ 'ਚ ਜਾਂਦੇ ਹਾਂ, ਉਹੀ ਗੁਰਮੀਤ ਸਿੰਘ ਸੰਧੂ ਮਾਨ ਵਾਲਾ ਜਿਹੜੇ ਨੇ ਮੈਨੂੰ ਕਵਿਤਾ ਦੇ ਵਿੱਚ ਪਾਇਆ ਸੀ। ਅੱਛਾ। ਉਸ ਕੋਲ ਕੋਈ ਉਹਨਾਂ ਦੇ ਗੁਆਂਢੀ ਪਿੰਡ ਦਾ ਮੁੰਡਾ ਟੈਲੀ ਫਿਲਮ ਬਣਾਉਣ ਵਾਸਤੇ ਗਿਆ ਵੀ ਤੈਨੂੰ ਰੋਲ ਦੇਣਾ। ਅੱਛਾ। ਉਹਨੇ ਚੱਕ ਕੇ ਰਫਲ ਆਪਦੀ ਮੇਰੇ ਮੋਢੇ ਤੇ ਧਰਤੀ, ਕਹਿੰਦੇ ਵੀ ਬੀੜ ਇੱਕ ਬੰਦਾ ਹੈਗਾ, ਠੀਕ ਹੈ, ਉਹ ਇਹ ਕੰਮ ਕਰ ਦੂ। ਮੈਂ ਸਿਰ ਕਿਤੇ ਕੈਮਰੇ ਦੇ ਮੂਹਰੇ ਨਹੀਂ ਸੀ ਆਇਆ। ਅੱਛਾ। ਉਹਨਾਂ ਦੇ ਬਾਈਆਂ ਦੇ ਫੋਨ ਆਉਣ ਲੱਗੇ, ਕਹਿੰਦੇ ਬਾਈ ਜੀ ਗੁਰਮੀਤ ਨੇ ਤੁਹਾਡੀ ਦੱਸ ਪਾਈ ਹੈ ਤੇ ਤੁਸੀਂ ਸਾਡੀ ਫਿਲਮ 'ਚ ਰੋਲ ਕਰੋ। ਮੈਂ ਕਿਹਾ ਬਾਈ ਜੀ ਮੇਰੀ ਪ੍ਰੋਬਲਮ ਇਹ ਹੈ ਵੀ ਮੈਂ ਸ਼ਾਮ ਨੂੰ ਘਰੇ ਹੋਣਾ ਚਾਹੀਦਾ, ਦਿਨੇ ਦਿਨੇ ਮੈਂ ਟਾਈਮ ਕੱਢ ਦੂੰ, ਮੈਂ ਰਾਤ ਨਹੀਂ ਕਿਤੇ ਲਾ ਸਕਦਾ। ਹਾਂ। ਤੇ ਮੈਂ ਕਿਤੇ ਜਾਣਾ ਨਹੀਂ। ਮੈਂ ਉਹਨਾਂ ਨੂੰ ਥੋੜੀ ਸ਼ਰਤ ਵੀ ਵਧਾਤੀ ਵੀ ਯਾਰ ਮੈਨੂੰ ਬਾਹਰ ਜਾਣਾ ਪਊ। ਕਹਿੰਦੇ ਕੁਛ ਨਹੀਂ ਕਰਨਾ, ਤੇਰੇ ਖੇਤ ਅਸੀਂ ਕੈਮਰੇ ਲੈ ਕੇ ਆ ਜਾਾਂਗੇ, ਪਰ ਜਵਾਬ ਨਾ ਦੇ। ਠੀਕ ਹੈ। ਉਹ ਵੀ ਮੇਰੇ ਨਾਲ ਢੀਠ ਤਾਂ ਮੈਂ ਵੀ ਬਹੁਤ ਸੀ, ਪਰ ਉਹ ਮੈਥੋਂ ਵੀ ਢੀਠ ਸੀ। ਅੱਛਾ। ਵੀ ਖੇਤ ਵੀ ਤੇਰਾ ਹੀ ਆ, ਉੱਥੇ ਜਾ ਕੇ ਸ਼ੂਟਿੰਗ ਕਰ ਲਾਂਗੇ। ਹਾਂ। ਠੀਕ ਹੈ। ਉਹਨਾਂ ਨੇ ਕੀ ਕੀਤਾ ਜੀ, ਮੇਰੇ ਕੋਲ ਖੇਤ ਆ ਗਏ, ਡਾਇਲੋਗ ਦੱਸਤੇ, ਉਹ ਚੱਲ ਖੇਤ ਦੀ ਸ਼ੂਟਿੰਗ ਹੋ ਗਈ। ਉਦੋਂ ਬਾਅਦ ਕਹਿੰਦੇ ਵੀ ਹੁਣ ਕਿਵੇਂ ਕਰਨਾ, ਜਦੋਂ ਕਿਹੜਾ ਚੂਲ 'ਚ ਹੱਥ ਦੇਤਾ, ਜੋ ਖੇਤ ਵਾਲੇ ਸੀਨ ਲੈ ਲਏ, ਉਦੋਂ ਬਾਅਦ ਘਰ ਵਾਲੇ ਵੀ ਲੈਣੇ ਸੀ। ਠੀਕ ਹੈ। ਵੀ ਦੱਸ ਵੀ ਲੋਕੇਸ਼ਨ ਤੂੰ ਦੇਵੇਂਗਾ ਕਿ ਅਸੀਂ ਦੇ ਅੱਗੇ? ਮੈਂ ਕਿਹਾ ਮੈਂ ਹੀ ਦੇ ਦੂੰ ਲੋਕੇਸ਼ਨ। ਫਿਰ ਮੈਂ ਆਪਦੇ ਪਿੰਡ ਹੀ ਪਹਿਲੀ ਫਿਲਮ ਦੀ ਸ਼ੂਟਿੰਗ ਕਰਵਾਈ, ਤੇ ਉਦੋਂ ਬਾਅਦ ਪਹਿਲੀ ਤੋਂ ਬਾਅਦ ਦੂਜੀ, ਦੂਜੀ ਤੋਂ ਤੀਜੀ। ਹੁਣ ਹੌਲੀ ਹੌਲੀ ਜਿਵੇਂ ਫਰੈਂਡ ਸਰਕਲ ਬਣਦਾ ਜਾਂਦਾ ਜਾਂ ਕਿਸੇ ਨੇ ਕਿਸੇ ਰੋਲ 'ਚ ਦੇਖਿਆ ਹੁੰਦਾ, ਕਹਾਂ ਦੀ ਕਹਾਂ ਦੱਸ ਪੈਂਦੀ ਜਾਂਦੀ ਹੈ। ਸ਼ਾਰਟ ਮੂਵੀ ਤੇ ਉਦੋਂ ਬਾਅਦ ਆਪਣਾ ਹੁਣ ਤਾਂ 1 2 3 4 ਮਿਲਦੇ ਵੱਡੇ ਪਰਦੇ ਦੇ ਵਿੱਚ ਵੀ। ਅੱਛਾ। ਫਿਲਮਾਂ ਦੇ ਵਿੱਚ ਮਾੜਾ ਮੋਟਾ ਕਿਉਂਕਿ ਵੱਡਾ ਰੋਲ ਮੈਂ ਖੁਦ ਵੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਵੀ ਉਹ ਔਖਾ ਕੰਮ ਵੀ ਹੈਗਾ ਤੇ ਉਹਦੇ ਵਾਸਤੇ ਮੈਨੂੰ ਟਾਈਮ ਵੀ ਦੇਣਾ ਪੈਣਾ, ਤੇ ਕਈ ਵਾਰੀ ਖੇਤੀ ਵੀ ਜ਼ਰੂਰੀ ਹੈ। ਹਾਂ। ਜੜ੍ਹਾਂ ਨਾਲ ਵੀ ਜੁੜਨਾ ਤੇ ਸ਼ੌਂਕ ਹੈ, ਇਹ ਹੈਗਾ ਸ਼ੌਂਕ ਦੇ ਤਰਫੋਂ। ਆਪਾਂ ਸ਼ੌਂਕ ਦੇ ਤੰਦ ਉਧਰ ਵੀ ਪਾਵਾਂਗੇ ਜਿੰਨਾ ਇੱਕ ਜਿੱਥੇ ਵੀ ਹੋਣਗੇ ਜੀ। ਯਾਨੀ ਕਿ ਫਿਲਮਾਂ 'ਚ ਚੱਲ ਕੇ ਤੁਸੀਂ ਨਹੀਂ ਗਏ, ਫਿਲਮਾਂ ਚੱਲ ਕੇ ਤੁਹਾਡੇ ਖੇਤ ਆਈਆਂ, ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇਹ ਵੀ ਬੰਦੇ 'ਚ ਗੁਣ ਹੋਣਾ ਚਾਹੀਦਾ, ਆਪਣੇ ਆਪ ਆ ਜਾਂਦੇ ਆ ਜੀ।
ਜੀ ਜੀ ਜੀ। ਤਾਂ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ, ਇੱਕ ਤੁਹਾਡੀ ਵਿਅੰਗਾਤਮਕ ਰਚਨਾ ਫਿਰ ਹੋਰ ਹੋ ਜਾਏ। ਹੋਰ ਇੱਕ ਹਰਦੇਵ ਕਮਲ ਜੀ, ਤੁਸੀਂ ਸੁਣਿਆ ਹਰੀ ਸਿੰਘ ਦਿਲਬਰ ਹਾਸ ਰਸ ਕਵੀ ਹੈ। ਬਿਲਕੁਲ ਬਿਲਕੁਲ, ਉਹ ਹਾਸ ਰਸ ਕਵਿਤਾ ਦਾ ਅਗਰ ਪੰਜਾਬੀ ਦਾ ਕਹਿ ਸਕਦੇ ਹਾਂ ਕਿ ਸਿਰਮੌਰ ਕਵੀ ਹੈ ਜੀ। ਬਿਲਕੁਲ ਹਾਂ। ਤੇ ਜੇ ਮੈਂ ਕਹਿੰਦਾ ਵੀ ਜੇ ਕਿਸੇ ਨੇ ਹਰੀ ਸਿੰਘ ਦਿਲਬਰ ਨਹੀਂ ਸੁਣਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਬੰਦਾ ਹੱਸ ਸਕਦਾ ਹੋਊਗਾ। ਬਹੁਤ ਸੋਹਣੀ ਮਤਲਬ ਉਹ ਕਵਿਤਾ ਲਿਖਦੇ ਆ ਜੀ ਜੀ ਜੀ। ਤੇ ਉਹਨਾਂ ਦੀ ਕਵਿਤਾ ਵੀ ਬਹੁਤ ਵੱਡੀ ਨਹੀਂ ਹੁੰਦੀ। ਚੌਕੇ ਜਾਂ ਛਿੱਕੇ 4 ਲਾਈਨਾਂ ਦੇ ਵਿੱਚ ਉਹ ਚੀਜ਼ ਲਿਖਦੇ ਸੀਗੇ। ਬਿਲਕੁਲ। ਤੇ ਜਿਹੜਾ ਮੇਰਾ ਵਾਹ ਵਾਸਤਾ ਪਿਆ ਪਹਿਲਾਂ ਜਿੱਥੋਂ ਚਮਨ ਲਾਲ ਸ਼ੁਗਲ ਜੀ ਨਾਲ ਪਿਆ ਸੀਗਾ, ਉਹ ਵੀ ਹਾਸ ਰਸ ਲਿਖਦੇ ਸੀਗੇ। ਉਦੋਂ ਬਾਅਦ ਹਰੀ ਸਿੰਘ ਦਿਲਬਰ, ਇਹਨਾਂ ਨੂੰ ਵੀ ਮੈਂ ਸੁਣਿਆ ਬਾਚਿਆ ਤੇ ਇਹਨਾਂ ਵਾਲਾ ਰੰਗ ਥੋੜਾ ਥੋੜਾ ਮੇਰੀ ਉਹਦੇ ਵਿੱਚ ਆਇਆ। ਤੇ 2-4 ਮਤਲਬ ਚੌਕੇ ਜਾਂ ਛਿੱਕੇ ਉਹ ਆਪਾਂ ਪੇਸ਼ ਕਰਦੇ ਹਾਂ। ਹਾਂਜੀ, ਚੌਕੇ ਛੁੱਕੇ ਆਉਣ ਪਹਿਲਾ। ਹਾਂ ਜੀ। ਪਹਿਲਾ ਚੌਕਾ ਘੁੰਡ ਦੀ ਸਲਾਹ। ਕਹਿੰਦਾ ਪਤੀ ਪਤਨੀ ਨੂੰ ਇੱਕ ਦਿਨ ਕਹਿਣ ਲੱਗਾ, ਤੈਨੂੰ ਘੁੰਡ ਦੀ ਕਿਹਨੇ ਸਲਾਹ ਦਿੱਤੀ? ਪਤਨੀ ਬੋਲੀ, ਮੇਰੇ ਚਲਾਕ ਮਾਪੇ, ਘੁੰਡ ਕੱਢ ਕਾਣੀ ਤੇਰੇ ਨਾਲ ਵਿਆਹ ਦਿੱਤੀ। ਪਤੀ ਬੋਲਿਆ, ਕਹਿੰਦਾ ਨਹੀਂ ਮੇਰੇ ਨਾਲ ਵੱਜੀ ਠੱਗੀ, ਮੈਂ ਵੀ ਠਾਹ ਉੱਤੇ ਮਾਰ ਠਾਹ ਦਿੱਤੀ। ਨਜ਼ਰ ਘੱਟ ਵਾਲੀ ਐਨਕ ਦੂਰ ਸੁੱਟੀ ਤੇ ਨਕਲੀ ਲੱਤ ਵੀ ਸੇਵਕ ਨੇ ਲਾ ਦਿੱਤੀ। ਕਹਿੰਦਾ ਯਾਰ ਵੀ ਇਹੀ ਹੈ, ਲੰਡੇ ਨੂੰ ਖੁੰਡਾ ਹੀ ਮਿਲੇ। ਕੀ ਬਾਤ। ਤੇ ਦੂਸਰਾ ਰਵਾਈ ਹੈ, ਪਤੀ ਦੇਵ ਇੱਕ ਪਤਨੀ ਤਾਈ ਬੋਲਿਆ ਸੁਬਹ ਸਵੇਰੇ। ਪਤੀ ਦੇਵ ਇੱਕ ਪਤਨੀ ਤਾਈ ਬੋਲਿਆ ਸੁਬਹ ਸਵੇਰੇ, ਐਸੀ ਗੱਲ ਸੁਣਾ ਕੋਈ ਧਰਤੀ ਪੈਰ ਨਾ ਲੱਗਣ ਮੇਰੇ। ਖਿਜੀ ਖਜਾਈ ਬੋਲੀ ਪਤਨੀ, ਕਹਿੰਦੀ ਕੰਮ ਕਰੋ ਕਾ ਆਹਾ, ਧਰਤੀ ਪੈਰ ਨਹੀਂ ਲੱਗਣੇ ਸੇਵਕ ਲੈ ਕੇ ਵੇਖ ਲਾ ਫਾਹਾ। ਕੀ ਬਾਤ ਹੈ, ਕੀ ਬਾਤ। ਖਾਸ ਕਰਕੇ ਮੈਂ ਜਿਹੜਾ ਜਾਂ ਆਪਣੇ ਤੇ ਜਾਂ ਆਪਣੀ ਪਤਨੀ ਤੇ ਇਹ ਮਜ਼ਾਈਆ ਰੰਗ ਲਿਖਦਾ ਹੁੰਨਾ, ਕਿਉਂਕਿ ਆਪਦੇ ਘਰ ਤੇ ਹੋ ਜੇ ਹਾਸ ਰਸ ਕਵਿਤਾ ਦੇ ਵਿੱਚ, ਹਾਸ ਰਸ ਕਵਿਤਾ ਦੇ ਵਿੱਚ ਘਰ ਵਾਲੀ ਨਾਲੇ ਪੰਗੇ ਬਹੁਤ ਜ਼ਿਆਦਾ ਲਏ ਜਾਂਦੇ ਨੇ। ਉਸ ਤੋਂ ਬਿਨਾਂ ਸ਼ਾਇਦ ਹਾਸਾ ਨਹੀਂ ਆਉਂਦਾ ਮੇਰੇ ਖਿਆਲ ਕਵਿਤਾ 'ਚ। ਤੇ ਬਾਕੀ ਆਇਆ ਜੇ ਉਹ ਮੁਰੰਮਤ ਨਾ ਕਰੇ ਤਾਂ ਫਿਰ ਕਵੀ ਵੀ ਠੀਕ ਨਹੀਂ ਰਹਿੰਦਾ। ਬੇਲਣਾ ਬੂਲਣਾ ਫੇਰ ਹੀ ਚੱਲਦਾ, ਫੇਰ ਹੀ ਨਵਾਂ ਵਿਸ਼ਾ ਮਿਲਦਾ। ਜੀ ਜੀ ਬਿਲਕੁਲ, ਇਹ ਇੱਕ ਜ਼ਿੰਦਗੀ ਦਾ ਰੰਗ ਹੈ ਜੀ। ਜੀ ਬਿਲਕੁਲ। ਹਾਂਜੀ। ਤੇ ਅਗਲਾ ਵੀ ਪਤੀ ਪਤਨੀ ਦਾ ਪਿਆਰ। ਪਤੀ ਪਤਨੀ ਦਾ ਲੱਗਾ ਪਿਆਰ ਪਰਖਣ, ਪਤਨੀ ਕਹਿੰਦੀ ਜਿੰਦ ਘੋਲ ਘੁਮਾ ਦੇਊਂਗੀ। ਕਹਿੰਦੀ ਤੁਹਾਡੇ ਬਰਾਬਰ ਪਤੀ ਜੀ ਬੈਠਣਾ ਨਹੀਂ, ਸੁਣ ਲਓ ਇਹ ਵੀ ਮੈਂ ਬਚਨ ਪੁਗਾ ਦੇਊਂਗੀ। ਮੰਜੇ ਉੱਤੇ ਜੇ ਪਤੀ ਜੀ ਤੁਸੀਂ ਬੈਠੇ, ਆਪਣੇ ਲਈ ਮੈਂ ਪੀੜੀ ਦਹਾ ਦੇਊਂਗੀ। ਪੀੜੀ ਉੱਤੇ ਜੇ ਪਤੀ ਜੀ ਤੁਸੀਂ ਬੈਠੇ, ਆਪਣਾ ਧਰਤੀ ਤੇ ਆਸਣ ਲਾ ਦੇਊਂਗੀ। ਹਾਂ, ਧਰਤੀ ਉੱਤੇ ਜੇ ਪਤੀ ਜੀ ਤੁਸੀਂ ਬੈਠੇ, ਆਪਣੇ ਲਈ ਮੈਂ ਟੋਆ ਪਟਾ ਦੇਊਂਗੀ। ਟੋਆ ਪਟਾ ਦੇਊਂਗੀ। ਕਹਿੰਦੀ ਟੋਏ, ਹਾਂ ਕਹਿੰਦੀ ਟੋਏ ਵਿੱਚ ਜੇ ਸੇਵਕਾ ਤੂੰ ਬੈਠੇ ਤੇ ਉੱਤੇ ਮਿੱਟੀ ਪਾ ਜੱਬ ਮਕਾ ਦੇਊਂਗੀ ਵੀ ਇਸ ਤੋਂ ਜ਼ਿਆਦਾ ਪਿਆਰ ਨਾ ਬਸ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ ਗੁਰਸੇਵਕ ਜੀ, ਬਹੁਤ ਖੂਬ। ਇਸ ਕਰਕੇ ਸਾਡਾ ਜਿਹੜਾ ਘਰੇ ਮੀਆਂ ਬੀਬੀ ਦਾ ਪਿਆਰ ਬਹੁਤ ਜ਼ਿਆਦਾ ਹੈ। ਅਕਸਰ ਹੀ ਮੈਨੂੰ ਕਹਿੰਦੀ ਹੈ ਵੀ ਬਾਹਰ ਬਾਹਰ ਮੈਨੂੰ ਭੰਡ ਲਿਆ ਕਰ, ਘਰੇ ਨਾ ਘਰੇ ਆ ਕੇ ਬਸ ਉਹ ਕੀ ਕਹਿੰਦੇ ਹੁੰਦੇ ਆ ਵੀ ਨੀਵੀਂ ਪਾ ਕੇ ਜਿਵੇਂ ਸਰਕਸ ਵਾਲੇ ਸ਼ੇਰ ਵਾਂਗੂ ਤੁਰਿਆ ਫਿਰਿਆ ਕਰ, ਘਰੇ ਆ ਕੇ ਰੋਬ ਨਾ ਮਾਰੀ ਐਵੇਂ ਕਿਤੇ ਬਾਹਰ ਜਿਵੇਂ ਮਰਜ਼ੀ ਚੱਲੀ ਜਾ। ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਗੁਰਸੇਵਕ ਜੀ। ਅੱਛਾ, ਤੇ ਖੂਨਦਾਨ ਦੀ ਗੱਲ ਹੋ ਗਈ ਤੇ ਤੁਹਾਡੇ ਕਾਵ ਰੰਗ ਦੀ ਵੀ ਗੱਲ ਹੋ ਗਈ, ਤੁਹਾਡੀ ਫਿਲਮਾਂ ਦੀ ਵੀ ਗੱਲ ਹੋ ਗਈ, ਤੇ ਹੁਣ ਕੋਈ ਉਹ ਗੱਲ ਜਿਹੜੀ ਕਿ ਮੈਂ ਛੂਹਣੋਂ ਰਹਿ ਗਿਆ ਹੋਵਾਂ? ਤੁਸੀਂ ਯਾਦ ਕਰ ਲਓ ਜੀ, ਹਜੇ ਹੋਰ ਟਾਈਮ ਹੈਗਾ ਆਪਣੇ ਕੋਲ। ਅੱਛਾ, ਤੁਹਾਡੇ ਪਰਿਵਾਰ ਦੀ ਗੱਲ ਹੋ ਜੇ ਫਿਰ। ਬਿਲਕੁਲ। ਹਾਂਜੀ। ਹਰਦੇਵ ਜੀ, ਮੇਰਾ ਜਿਹੜਾ ਜਿੱਥੋਂ ਤੱਕ ਫੈਮਿਲੀ ਹੈ, ਮੈਂ ਆਪ ਤਾਂ ਹਜੇ ਪਿੰਡ ਹੀ ਰਹਿ ਰਿਹਾ। ਮੰਮੀ ਪਾਪਾ ਤੇ ਘਰ ਵਾਲੀ, ਬੇਟੀ ਮੇਰੀ ਛੋਟੀ ਹੈ, 6ਵੀਂ ਜਮਾਤ ਚ ਪੜ੍ਹਦੀ ਹੈ ਜੀ। ਬੇਟਾ +2 ਕਰਕੇ ਉਹ ਇਹ ਸਾਡਾ ਨਿਭਾਗਾ ਦੇਸ਼ ਆ ਜਿਹੜਾ ਤੁਹਾਨੂੰ ਪਤਾ, ਗੰਦਾ ਸਿਸਟਮ, ਇਹਦੇ ਵਿੱਚੋਂ ਨਿਕਲ ਗਿਆ ਬਾਹਰ, ਵਿਦੇਸ਼ ਦੇ ਵਿੱਚ ਪੜ੍ਹਾਈ ਲਈ, ਵਿਦੇਸ਼ ਦੇ ਵਿੱਚ ਪੜ੍ਹਾਈ ਲਈ ਵਗ ਗਿਆ, ਚਾਹੇ ਪੱਕਾ ਵਗ ਗਿਆ। ਪੜ੍ਹਾਈ ਲਈ ਤਾਂ ਕਿਹੜਾ ਜਾਂਦਾ, ਕਿਉਂਕਿ ਜਿਹੜਾ ਤੁਹਾਨੂੰ ਪਤਾ ਵੀ ਸਾਡਾ ਯੂਥ ਹੈ ਉਹਨੂੰ ਪਤਾ ਵੀ ਜਿਹੜੀ ਚੀਜ਼ ਚਾਹੁੰਦੇ ਆ ਉਹ ਸਾਡੇ ਦੇਸ਼ ਚੋਂ ਮਿਲ ਨਹੀਂ ਰਹੀ। ਤੇ ਉਹ ਕਿਵੇਂ ਨਾ ਕਿਵੇਂ ਚਲੋ ਬਹਾਨਾ ਪੜ੍ਹਾਈ ਦਾ
ਤੇ ਪਰ ਜਿਹੜਾ ਉੱਡ ਗਿਆ ਪੰਛੀ ਉਹ ਮੁੜ ਕੇ ਆਉਣ ਨਹੀਂ ਚਾਹੁੰਦਾ ਤਾਂ ਹੁੰਦਾ ਨਹੀਂ। ਬਿਲਕੁਲ, ਬੰਦਾ ਹੀ ਹੈ ਜਿਹੜਾ ਆ ਜਾਂਦਾ ਹੱਥ ਨੇ। ਜੀ ਜੀ ਜੀ। ਤਾਂ ਹੁਣ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਜੋ ਮੌਜੂਦਾ ਸਥਿਤੀ ਹੈ, ਜੋ ਇਸ ਵਕਤ ਕਿਸਾਨਾਂ ਦਾ ਹਾਲ ਹੈ, ਕਿਸਾਨ ਸੜਕ 'ਤੇ ਉਤਰਿਆ ਹੋਇਆ ਸਰਕਾਰ ਦੀਆਂ ਕੁਝ ਮਾਰੂ ਨੀਤੀਆਂ ਦੇ ਕਰਕੇ, ਉਹਨਾਂ ਦੇ ਬਾਰੇ ਤੁਸੀਂ ਕੁਝ ਲਿਖਿਆ ਹੋਵੇ ਜਾਂ ਕੁਝ ਕਹਿਣਾ ਚਾਹੋ? ਲਿਖਿਆ ਤਾਂ ਹੈਗਾ ਹਰਦੇਵ ਜੀ, ਤੇ ਕੱਲ ਪਰਸੋਂ ਹੀ ਮਤਲਬ ਦੁਆਬਾ ਰੇਡੀਓ ਤੇ ਅਸੀਂ ਬੋਲਿਆ ਸੀਗਾ ਜੀ, ਤੇ ਉਹ ਐਕਚੁਅਲੀ ਹੁਣ ਮੇਰੇ ਕੋਲੇ ਹੈ ਵੀ ਹੈ ਨਹੀਂ, ਤੇ ਉਹ ਕਿਸਾਨਾਂ ਸੰਬੰਧੀ ਮੈਟਰ ਮੇਰੇ ਕੋਲੇ ਹੈਗਾ। ਤੇ ਜਿੱਥੋਂ ਤੱਕ ਉਹ ਗੱਲ ਇਹ ਹੈਗੀ ਆ ਵੀ ਕਿਸਾਨ ਦਾ ਪੁੱਤਰ ਹੋ ਕੇ ਜਿਹੜੇ ਮੁੱਦੇ ਤੇ ਅੱਜ ਕੱਲ ਸਾਰਾ ਪੰਜਾਬ ਬੋਲ ਰਿਹਾ, ਸੱਚ ਸਾਹਮਣੇ ਹਰੇਕ ਬੋਲ ਰਿਹਾ, ਮੰਨ ਲਓ ਕਿਸਾਨ ਹੈ, ਕਿਸਾਨ ਦਾ ਤਾਂ ਫਰਜ਼ ਹੀ ਬਣਦਾ ਵੀ ਜੇ ਉਹਦੀ ਮਾਂ ਨੂੰ ਕੋਈ ਗਾਲ, ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਵੀ ਜੇ ਕੋਈ ਮਾਂ ਨੂੰ ਗਾਲ ਕੱਢਦਾ ਤਾਂ ਉਹ ਵੀ ਬਰਦਾਸ਼ਤ ਨਹੀਂ ਹੁੰਦੀ, ਤੇ ਜੇ ਅਸੀਂ ਧਰਤੀ ਨੂੰ ਮਾਂ ਕਹਿੰਦੇ ਆ ਤੇ ਅਸੀਂ ਆਪਣੀ ਮਾਂ ਨੂੰ ਕਿਵੇਂ ਹੱਥ ਪਾਉਣ ਦੇ ਦਿਆਂਗੇ ਬਿਨਾਂ ਗੱਲਬਾਤ ਤੋਂ ਕਿਸੇ ਬੰਦੇ ਨੂੰ? ਇਹਦੇ ਵਾਸਤੇ ਮਤਲਬ ਜਾਨਾਂ ਜਾ ਸਕਦੀਆਂ। ਧੱਕਾ ਨਾ ਮਤਲਬ ਭੈ ਕਾਹੂ ਕੋ ਦੇਤ ਨਾ ਭੈ ਮਾਨ ਤਾਨ, ਸਾਡੀ ਪੰਜਾਬੀਆਂ ਦੀ ਫਿਤਰਤ ਹੈ ਵੀ ਅਸੀਂ ਨਾ ਕਿਸੇ ਨੂੰ ਡਰਾਉਂਦੇ ਆ ਤੇ ਨਾ ਕਿਸੇ ਤੋਂ ਡਰਦੇ ਆ। ਬਹਾਦਰ ਕੌਮ ਹੈ, ਹੱਕਾਂ ਸੱਚ ਤੇ ਲੜਨ ਵਾਲੀ ਕੌਮ ਹੈ, ਪਰ ਪਤਾ ਨਹੀਂ ਕਿਉਂ ਜਿਹੜਾ ਪੰਜਾਬ ਹੈ ਇਹ ਸਰਕਾਰਾਂ ਦੀ ਅੱਖ 'ਚ ਰੜਕਦਾ। ਸਾਰਿਆਂ ਨੂੰ ਜਿਹਨੂੰ ਵੀ ਇਹ ਮਤਲਬ ਪਾਲਦਾ ਉਹੀ ਇਹਦੇ ਡੰਗ ਮਾਰਦਾ। ਜਿਵੇਂ ਆਪਾਂ 6ਵੀਂ 7ਵੀਂ 'ਚ ਇੱਕ ਕਹਾਣੀ ਜੀ ਪੜ੍ਹੀ ਸੀ ਵੀ ਉਹ ਠੂਹੇ ਨੂੰ ਕੱਢਦਾ ਸੀ, ਠੂਹਾ ਡੰਗ ਮਾਰਦਾ ਸੀ, ਉਹ ਫੇਰ ਕੱਢ ਲੈਂਦਾ ਸੀ, ਫੇਰ ਡੰਗ ਮਾਰਦਾ ਸੀ। ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਵੀ ਇੱਕ ਕਿਸਾਨ ਦੇ ਲਾ ਲਓ ਜਾਂ ਇੱਕ ਬਾਪ ਦੇ ਦੋ ਪੁੱਤ ਹੈ, ਇੱਕ ਅੰਨ ਪੈਦਾ ਕਰਦਾ ਮੌਤ ਦੇ ਮੂੰਹ 'ਚ ਉਹ ਹੈ, ਇੱਕ ਬਾਰਡਰ ਤੇ ਲੜਦਾ ਮੌਤ ਦੇ ਮੂੰਹ 'ਚ ਉਹ ਹੈ, ਤੇ ਜੇ ਤਿੰਨ ਹੈ ਤਾਂ ਇੱਕ ਪੰਜਾਬ ਪੁਲਿਸ 'ਚ ਹੈ। ਉਹ ਕਈ ਵਾਰੀ ਆਮਣੋ ਸਾਹਮਣੇ ਹੋ ਜਾਂਦੇ ਆ, ਸਾਡਾ ਦੁਖਾਂਤ ਹੈ। ਪਰ ਜੇ ਹਰਦੇਵ ਜੀ ਆਪਾਂ ਵੇਖ ਗਏ ਵੀ ਉਸ ਪਰਮਾਤਮਾ ਨੇ ਜਿਹੜਾ ਸਾਡੇ ਭਾਰਤ ਨੂੰ, ਜਿਹੜੇ ਸਾਡੇ ਪੰਜਾਬ ਨੂੰ ਵਾਤਾਵਰਨ ਦਿੱਤਾ, ਜਿਹੜਾ ਮੌਸਮ ਦਿੱਤਾ, ਜਿਹੜੇ ਫਲ ਮੇਵੇ ਸਭ ਕੁਝ ਦਿੱਤਾ, ਰੁੱਤਾਂ ਦਿੱਤੀਆਂ, ਉਹ ਕਿਤੇ ਹੋਰ ਨਹੀਂ ਦਿੱਤੀਆਂ। ਅਸੀਂ ਅਮਰੀਕਾ ਕੈਨੇਡਾ ਕਨੀ ਜ਼ਰੂਰ ਜਾਂਦੇ ਆ, ਵੇਖਦੇ ਆ, ਪਰ ਜਿਹੜੀ ਚੀਜ਼ ਇੱਥੇ ਹੈ, ਅੱਗੇ ਅਸੀਂ ਕਹਿੰਦੇ ਹੁੰਦੇ ਸੀ ਜੋ ਸੁੱਖ ਸੱਜੂ ਦੇ ਚਵਾਰੇ ਉਹ ਵਲਖ ਨਾ ਬਖਾਰੇ, ਪਰ ਸਿਰਫ ਤੇ ਸਿਰਫ ਮਾੜਾ ਰਾਜਨੀਤਿਕ ਸਿਸਟਮ ਹੈ ਜਿਹੜਾ ਸਾਡਾ, ਉਹ ਸਾਡੇ ਘਰਾਂ ਦੇ ਵਿੱਚੋਂ ਸਾਡੇ ਬੱਚਿਆਂ ਨੂੰ, ਸਾਡੀਆਂ ਬੱਚੀਆਂ ਨੂੰ, ਮਾਵਾਂ ਨੂੰ ਆਪਦੇ ਦਿਲਾਂ ਦੇ ਟੁਕੜੇ ਬਾਹਰ ਭੇਜਣ ਲਈ ਮਜਬੂਰ ਕਰੀ ਬੈਠਾ। ਜੇ ਕਾਸ਼ ਸਾਡਾ ਸਿਸਟਮ ਆ ਜਿਹੜਾ ਉਹ ਸੁਧਰ ਜੇ ਤਾਂ ਮੈਂ ਕਹਿੰਦਾ ਹਜੇ ਵੀ ਅਸੀਂ ਅਮਰੀਕਾ ਕੈਨੇਡਾ ਤਾਂ ਕੀ ਚੀਜ਼ ਹੈ, ਉਹ ਤਾਂ ਸਾਡੇ ਪੈਰਾਂ ਵਰਗੇ ਵੀ ਨਹੀਂ ਉਹ ਦੇਸ਼। ਸਿਰਫ ਉੱਥੇ ਇਮਾਨਦਾਰੀ ਹੈ, ਤੇ ਸਾਡੇ ਜਿਹੜੇ ਰਾਜਨੀਤਿਕ ਪਾਰਟੀਆਂ ਇਹ ਸਾਡੇ ਆਪਦੇ ਬੈਰੀ ਹੈ। ਜਦੋਂ ਅਬਦਾਲੀ ਵਰਗੇ ਆਉਂਦੇ ਸੀ ਅਸੀਂ ਦੂਰੋਂ ਪਛਾਣ ਲੈਂਦੇ ਸੀ, ਹਰੀ ਸਿੰਘ ਨਲੂਏ ਵਰਗੇ ਸਾਡੇ ਵੀ ਸਾਡਾ ਦੁਸ਼ਮਣ ਆਉਂਦਾ, ਪਰ ਹੁਣ ਜਿਹੜਾ ਦੁਸ਼ਮਣ ਹੈ ਉਹ ਬਾਹਰੋਂ ਨਹੀਂ ਆਉਂਦਾ, ਉਹ ਦੁਸ਼ਮਣ ਘਰ ਦਾ, ਤੇ ਘਰ ਦੇ ਦੁਸ਼ਮਣ ਨੂੰ ਪਛਾਣਨਾ ਔਖਾ। ਆਹੀ ਦੁਖਾਂਤ ਆ ਸਾਡਾ, ਤੇ ਜੇ ਉਹ ਪ੍ਰਮਾਤਮਾ ਸਮੱਤ ਬਖਸ਼ੇ ਹਾਲਾਤ ਵਧੀਆ ਹੋਣ। ਅਸੀਂ ਤਾਂ ਇਹ ਕਹਿੰਦੇ ਹਾਂ ਸੰਗਤ ਦੀ ਵੀ ਸਾਡੇ ਕਿਸਾਨ ਤੇ ਕਈ ਵਾਰੀ ਇਹ ਚੀਜ਼ਾਂ ਲੱਗਦੀਆਂ, ਕਈ ਸਵਾਲ ਪੁੱਛ ਲੈਂਦੇ ਆ ਪੱਤਰਕਾਰ ਵੀ ਇਹ ਕੰਮ ਨਹੀਂ ਕਰਦੇ, ਵੀ ਕਿਸਾਨ ਪੰਜਾਬ ਦਾ ਕੰਮ ਨਹੀਂ ਕਰਦਾ। ਮੈਂ ਇਹ ਕਹਿਣਾ ਵੀ ਪੰਜਾਬ ਦਾ ਕਿਸਾਨ ਕੰਮ ਕਿਉਂ ਨਹੀਂ ਕਰਦਾ? ਜੇ ਪੰਜਾਬ ਦਾ ਕਿਸਾਨ ਜਦੋਂ ਕੰਮ ਛੱਡ ਗਿਆ ਨਾ ਉਦੋਂ ਪਤਾ ਲੱਗਦਾ। ਮੈਂ ਹਰਦੇਵ ਜੀ 2-3 ਸਾਲ ਵਾਹੀ ਛੱਡਤੀ ਸੀ, ਤੇ ਆਹੀ ਕੰਮ ਮੇਰਾ ਫੇਰ ਵੀ ਚੱਲਿਆ। ਰਿਸ਼ਤੇਦਾਰਾਂ ਦੇ ਸਾਰਿਆਂ ਦੇ ਗੁੱਸੇ ਵੀ ਜਾਂ ਤੂੰ ਸਾਨੂੰ ਮਿਲਣ ਨਹੀਂ ਆਉਂਦਾ, ਹੁਣ ਤਾਂ ਵਾਹੀ ਨਹੀਂ ਕਰਦਾ। ਤੇ ਜੇ ਕਿਸਾਨ ਨੇ ਕੰਮ ਛੱਡਿਆ ਹੁੰਦਾ ਤਾਂ ਇੰਨੀ ਕਣਕ, ਇੰਨਾ ਝੋਨਾ, ਇੰਨੀਆਂ ਫਸਲਾਂ ਨਹੀਂ ਸੀ ਹੁੰਦੀਆਂ। ਇਹ ਸਿਰਫ ਕਿਸੇ ਨੂੰ ਬਦਨਾਮ ਕਰਨ ਦੀਆਂ ਗੱਲਾਂ ਵੀ ਉਹ ਕੰਮ ਨਹੀਂ ਕਰਦਾ। ਜਦੋਂ ਲੋੜ ਪੈਂਦੀ ਹੈ ਉਦੋਂ ਮਤਲਬ ਕਈ ਵਾਰੀ ਇਹੋ ਜਿਹਾ ਜਦੋਂ ਸੀਜ਼ਨੇਬਲ ਕੰਮ ਹੋ ਗਿਆ, ਹੁਣ ਸਦਾ ਬਹਾਰ ਕੰਮ ਨਹੀਂ ਰਿਹਾ ਕਿਸਾਨਾਂ ਕੋਲੇ। ਕਈ ਵਾਰੀ ਤਾਂ 2-2 ਮਹੀਨੇ ਪੂਰਾ ਫੁੱਲ ਦਿਨ ਰਾਤ ਸੌਣ ਦਾ ਟਾਈਮ ਨਹੀਂ ਹੁੰਦਾ, ਤੇ ਕਈ ਵਾਰੀ ਮਹੀਨਾ ਅਸੀਂ ਮਤਲਬ ਕਿਉਂਕਿ ਵਿਗਿਆਨ ਦੇ ਨਾਲ ਕੰਮ ਛੇਤੀ ਵੀ ਨਿਬੜ ਜਾਂਦਾ। ਤੇ ਇਸ ਕਰਕੇ ਹੁਣ ਤਾਂ ਸਾਨੂੰ ਇਹ ਚੀਜ਼ ਆ ਵੀ ਸਾਨੂੰ ਕੋਈ ਰਹਿਬਰ ਚੰਗਾ ਮਿਲ ਜੇ ਦੇਸ਼ ਦਾ, ਜਿਹੜਾ ਸਰਬੱਤ ਦਾ ਭਲਾ ਚਾਹੇ। ਦੂਜੀ ਗੱਲ ਇਹ ਹੈ ਵੀ ਸਾਨੂੰ, ਅਸੀਂ ਇਹ ਵੀ ਗੱਲ ਕਹਿੰਦੇ ਹੁੰਦੇ ਆ ਵੀ ਜਿਹੜਾ ਸਾਨੂੰ ਰੇਹਾਂ ਸਪਰੇਹਾਂ ਦਾ ਸਾਡੇ ਤੇ ਲੱਗਦਾ, ਜ਼ਹਿਰਾਂ ਦਾ ਲੱਗਦਾ ਵੀ ਪੰਜਾਬ ਦਾ ਕਿਸਾਨ ਨੇ ਧਰਤੀ ਜ਼ਹਿਰੀਲੀ ਕਰਤੀ, ਜਾਂ ਇਹਨੇ ਜ਼ਹਿਰੀਲੇ ਅਨਾਜ ਪੈਦਾ ਕਰਤੇ, ਸਬਜ਼ੀਆਂ ਜ਼ਹਿਰੀਲੀਆਂ ਪੈਦਾ ਕਰਤੀਆਂ, ਤੇ ਉਹਦੇ ਵਾਸਤੇ ਵੀ ਮੈਂ ਇਹ ਕਹਿਣਾ ਵੀ ਸਾਨੂੰ ਰੇਹਾਂ ਸਪਰੇਹਾਂ ਵਾਲੀਆਂ ਫੈਕਟਰੀਆਂ ਬੰਦ ਕਰ ਦਿਓ। ਜਿੰਨੀ ਫਸਲ ਅਸੀਂ, ਜਿੰਨੀ ਸਬਜ਼ੀ ਬਿਨਾਂ ਰੇਹਾਂ ਸਪਰੇਹਾਂ ਤੋਂ ਪੈਦਾ ਕਰਾਂਗੇ ਅਸੀਂ ਵੀ ਖਾਵਾਂਗੇ, ਸਭ ਨੂੰ ਖਵਾਵਾਂਗੇ, ਪਰ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ। ਬਿਲਕੁਲ ਬਦਨਾਮ ਸਾਨੂੰ ਕਰੀ ਜਾਂਦੇ, ਕਿਸਾਨਾਂ ਨੂੰ ਬਦਨਾਮ ਕਰਦੇ ਆ, ਪਰ ਕਿਸਾਨ ਦਾ ਪੁੱਤ ਹੋਣ ਦੇ ਨਾਤੇ
ਤੇ ਹੁਣ ਆਪਾਂ ਮਤਲਬ ਬਹੁਤ ਵਧੀਆ ਹਾਸ ਰਸ ਤੋਂ ਸ਼ੁਰੂ ਹੋ ਕੇ, ਕਿਉਂਕਿ ਇੱਕ ਹਰਦੇਵ ਜੀ ਮੇਰੇ ਗੱਲ ਯਾਦ ਆ ਗਈ ਹਾਂਜੀ ਵੀ ਸਿਆਣੇ ਕਹਿੰਦੇ ਆ ਵੀ ਕੋਈ ਜਿੰਨਾ ਮਰਜ਼ੀ ਹੱਸਦਾ ਹੋਵੇ, ਜਿਹੜਾ ਹਾਸ ਰਸ ਕਵੀ ਆ ਨਾ ਉਹਦੇ ਅੰਦਰ ਵੀ ਇੱਕ ਦਰਦ ਹੁੰਦਾ। ਬਿਲਕੁਲ। ਤੇ ਜਦੋਂ ਕਿਤੇ ਕਈ ਵਾਰੀ ਦੁੱਖ ਦੀ ਰਾਗ ਤੇ ਹੱਥ ਰੱਖਿਆ ਜਾਵੇ ਤਾਂ ਪੀੜ ਤਾਂ ਹੁੰਦੀ ਹੈ। ਤੇ ਉਹ ਗੱਲ ਹੈ ਵੀ ਠੀਕ ਹੈ ਵੀ ਬਹੁਤ ਦਰਦ ਹੁੰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ, ਪਰ ਦਰਦ ਨੂੰ ਬੇਦਰਦ ਕਰਕੇ ਜਿਹੜੇ ਬੰਦੇ ਅੱਗੇ ਨਿਕਲਦੇ ਆ ਉਹ ਮੰਜ਼ਿਲਾਂ ਤੇ ਪਹੁੰਚ ਹੀ ਜਾਂਦੇ ਆ। ਕੋਈ ਗੱਲ ਨਹੀਂ, ਜ਼ਿੰਦਗੀ ਜਿੰਦਾਬਾਦ ਆ, ਜਿੰਦਾਬਾਦ ਸੀ, ਜਿੰਦਾਬਾਦ ਹਾਂ ਤੇ ਜਿੰਦਾਬਾਦ ਰਹਾਂਗੇ, ਤਾਂ ਕੋਈ ਪ੍ਰੋਬਲਮ ਨਹੀਂ। ਜੀ ਗੁਰਸੇਵਕ ਜੀ, ਬਹੁਤ ਸੋਹਣੀਆਂ ਗੱਲਾਂ ਤੁਹਾਡੇ ਨਾਲ ਹੋ ਰਹੀਆਂ ਨੇ। ਦਿਲ ਤਾਂ ਕਰਦਾ ਕਿ ਹੋਰ ਵੀ ਆਪਾਂ ਗੱਲਾਂ ਕਰੀਏ, ਲੇਕਿਨ ਸਮੇਂ ਦੀ ਇੱਕ ਸੀਮਾ ਹੈ ਕਿ ਅਸੀਂ ਜਿੰਨਾ ਸਮਾਂ ਇਸ ਪ੍ਰੋਗਰਾਮ ਨੂੰ ਰੱਖਿਆ ਹੈ। ਤਾਂ ਜਾਂਦੇ ਜਾਂਦੇ ਮੈਂ ਚਾਹੂੰਗਾ ਕਿ ਤੁਹਾਡੇ ਤੋਂ ਇੱਕ ਰਚਨਾ ਅਸੀਂ ਹਾਸ ਰਸ ਦੀ ਹੋਰ ਸੁਣੀਏ। ਅਗਰ ਉਹ ਰਚਨਾ ਕਿਸੇ ਸਰਕਾਰੀ ਤੰਤਰ ਦੇ ਉੱਤੇ ਆਧਾਰਿਤ ਹੋਵੇ ਤਾਂ ਜ਼ਿਆਦਾ ਵਧੀਆ ਹੋਏਗੀ, ਨਹੀਂ ਤਾਂ ਜਿਹੜੀ ਤੁਸੀਂ ਚਾਹੋ ਤੁਸੀਂ ਸਾਡੇ ਦਰਸ਼ਕਾਂ ਦੀ ਨਜ਼ਰ ਕਰ ਸਕਦੇ ਹੋ। ਨਹੀਂ ਹਰਦੇਵ ਜੀ, ਉਹ ਕਹਿੰਦੇ ਅੰਨਾ ਕੀ ਭਾਲੇ ਦੋ ਅੱਖਾਂ ਜੀ, ਤੇ ਕੁਦਰਤੋਂ ਜਿਹੜੇ ਦੋਨੇ ਦੋ ਚੌਕੇ ਜਿਹੜੇ ਆਏ ਬੈਠੇ ਸੀ ਉਹ ਉਹੀ ਆਏ ਬੈਠੇ ਸੀ। ਬਿਲਕੁਲ, ਆਉਣ ਦਿਓ ਜੀ ਫਿਰ ਚੌਕੇ। ਪਹਿਲਾ ਚੌਕਾ ਮਨ ਕੀ ਬਾਤ। ਹਾਂ, ਰਾਖੀ ਦੁੱਧ ਦੀ ਬਿਠਾ ਕੇ ਬਿੱਲਿਆਂ ਨੂੰ, ਮੂਰਖ ਸੁਰੱਖਿਆ ਦੀ ਲਾਈ ਆਸ ਫਿਰਦਾ। ਪੈਨ ਬੈਂਕ ਨੇ ਬੰਨ ਵੇਖ ਖੁਸ਼ ਸਾਰੇ। ਪੈਨ ਬੈਂਕ ਦਾ, ਬੈਂਕ 'ਚ ਪੈਨ ਬੰਨਿਆ ਹੋਇਆ ਹੁੰਦਾ, ਪੈਨ ਬੈਂਕ ਦਾ ਬੰਨਿਆ ਵੇਖ ਖੁਸ਼ ਸਾਰੇ। ਕੰਮ ਪਿੱਛੇ ਦਾ ਕਰਦਾ ਕੋਈ ਖਾਸ ਫਿਰਦਾ। ਪੈਸੇ ਪਿੱਛੇ ਦੀ ਨਿਕਲੀ ਜਾਂਦੇ ਆ ਜੀ। ਪੁੱਤਾਂ ਵਾਂਗ 6 ਮਹੀਨੇ ਫਸਲ ਪਾਲੇ, ਉਹੀ ਜੱਟ ਅੱਜ ਹੋਇਆ ਉਦਾਸ ਫਿਰਦਾ। ਸੇਵਕ ਰੇਡੀਓ ਤੇ ਮਨ ਕੀ ਬਾਤ ਕਰਕੇ ਮੋਦੀ ਕਰਦਾ ਬਸ ਟਾਈਮ ਪਾਸ ਫਿਰਦਾ। ਕਿਆ ਬਾਤ, ਕਿਆ ਬਾਤ। ਤੇ ਅਗਲੀ ਹਰਦੇਵ ਜੀ ਇੱਕ ਹੋਰ ਜਿਹੜਾ ਸਿੱਕਾ, ਉਹ ਸਾਨੂੰ ਲੋਲੀਪੋਪ ਦਿੱਤਾ ਵੀ ਆਹ ਚੀਜ਼ਾਂ ਬਹੁਤ ਵਧੀਆ ਵਿਕਾਸ ਕਰ ਰਹੇ ਆ ਅਸੀਂ। ਵਿਨਾਸ਼ ਨੂੰ ਵਿਕਾਸ ਕਹੀ ਜਾਂਦੇ ਆ। ਜੀ ਜੀ। ਇਹਦੇ ਤੇ ਇੱਕ ਸਿੱਕਾ ਨਵੀਂ ਐਨਕ। ਨਵੀਂ ਐਨਕ, ਨਵੀਂ ਐਨਕ ਬਾਜ਼ਾਰ ਦੇ ਵਿੱਚ ਆ ਗਈ। ਮਾੜਾ ਮੋਟਾ ਨਹੀਂ ਇਸ ਵਿੱਚ ਖਾਸ ਦਿਸਦਾ। ਬੋਤਲਾਂ ਦਾਰੂ ਦੀਆਂ ਦਿਸਣ ਸ਼ਰਾਬੀਆਂ ਨੂੰ, ਜੱਗ ਪਾਣੀ ਦਾ ਨਾਲ ਗਲਾਸ ਦਿਸਦਾ। ਘੁੱਪ ਹਨੇਰੇ ਚ ਦਿਸਦਾ ਬਾਂਗ ਚਾਨਣ, ਲਾ ਕੇ ਕਹਿੰਦਾ ਨਹੀਂ ਕੋਈ ਬਕਵਾਸ ਦਿਸਦਾ। ਘਪਲਾ ਜਮਾ ਨਹੀਂ ਇਹਦੇ ਚ ਨਜ਼ਰ ਆਉਂਦਾ, ਘਪਲਾ ਜਮਾ ਨਹੀਂ ਇਹਦੇ ਚ ਨਜ਼ਰ ਆਉਂਦਾ। ਪੈਸਾ ਲੱਗਿਆ ਸਾਰਾ ਆਇਆ ਰਾਸ ਦਿਸਦਾ। ਘਰ ਘਰ ਨੌਕਰੀ ਮੋਬਾਈਲ ਤੇ ਹੋਰ ਵਾਅਦੇ, ਘਰ ਘਰ ਨੌਕਰੀ ਮੋਬਾਈਲ ਤੇ ਹੋਰ ਵਾਹਵਾ। ਸਮਾਨ ਬੰਦੇ ਨੂੰ ਆਪਣੇ ਪਾਸ ਦਿਸਦਾ। ਸੇਵਕ ਜਲਦੀ ਮਿਲਣਗੀਆਂ ਮੁਫਤ ਸਭ ਨੂੰ, ਜਿੰਨਾ ਐਨਕਾਂ ਵਿੱਚ ਵਿਕਾਸ ਦਿਸਦਾ। ਜਿੰਨਾ ਐਨਕਾਂ ਵਿੱਚ ਵਿਕਾਸ ਦਿਸਦਾ। ਵਾਹ ਜੀ ਵਾਹ, ਵਾਹ ਜੀ। ਬਹੁਤ ਖੂਬ ਤੁਸੀਂ ਵਿਅੰਗ ਕੀਤਾ ਜੀ ਸਾਡੀ ਮੌਜੂਦਾ ਸਥਿਤੀ ਤੇ। ਔਰ ਇੱਕ ਲੇਖਕ, ਇੱਕ ਕਵੀ, ਇਹਦਾ ਇਹ ਫਰਜ਼ ਹੁੰਦਾ ਹੈ। ਮੈਂ ਅਕਸਰ ਇਹ ਗੱਲ ਕਿਹਾ ਕਰਦਾ ਕਿ ਜਿਹੜੇ ਸਾਹਿਤਕਾਰ ਨੇ, ਇਹ ਲੇਖਕ ਨੇ, ਇਹ ਸਮਾਜ ਦਾ ਆਈਨਾ ਹੁੰਦੇ ਨੇ। ਜੋ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਇਹ ਉਸ ਨੂੰ ਬਿਆਨ ਕਰਦੇ ਨੇ। ਔਰ ਸਾਡੀ ਜੋ ਕੌਮ ਹੈ, ਇਹਨਾਂ ਦਾ ਜੋ ਰਿਣ ਹੈ ਇਹ ਕਦੇ ਉਤਾਰ ਨਹੀਂ ਸਕਦੀ, ਕਿਉਂਕਿ ਇਹ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਸਾਡੇ ਜਿਹੜੇ ਮੌਜੂਦਾ ਇਤਿਹਾਸ ਨੂੰ ਜ਼ਿੰਦਾ ਰੱਖਣ ਦੇ ਵਿੱਚ ਸਤਸੰਗ ਜੋ ਇਹ ਆਪਣਾ ਰੋਲ ਅਦਾ ਕਰਦੇ ਨੇ। ਤਾਂ ਗੁਰਸੇਵਕ ਜੀ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਸੋਹਣੀਆਂ ਕਵਿਤਾਵਾਂ ਸੁਣਾਈਆਂ, ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਹੋਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਰਦੇਵ ਕਮਲ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ, ਜਿਹੜਾ ਮੈਨੂੰ ਮੁਹੱਬਤ ਰੇਡੀਓ ਦੇ ਤਮਾਮ ਸਰੋਤਿਆਂ ਦੇ ਰੂਬਰੂ ਕੀਤਾ। ਤੇ ਜੀ ਤਾਂ ਮੇਰਾ ਵੀ ਹੁਣ ਕਰਦਾ ਨਹੀਂ ਜਾਣ ਨੂੰ, ਪਰ ਦੂਸਰੀ ਗੱਲ ਇਹ ਹੈ ਵੀ ਮੈਂ ਇਹ ਤੋਂ ਪਹਿਲਾਂ ਵੀ ਨਰਮਾ ਚੁੱਕਦਾ ਸੀਗਾ। ਤੇ ਇੱਕ ਲੇਖਕ ਬਾਅਦ 'ਚ ਹੈ, ਕਿਸਾਨ ਪਹਿਲਾਂ। ਚਲੋ ਮੈਂ ਵੀ ਬਣਦਾ ਝੋਲੀ। ਇੰਨੇ ਕੁ ਸ਼ਬਦ ਆ ਜਿਹੜੇ ਮੇਰੇ ਬਰਦਾਸ਼ਤ ਕਰਿਓ, ਕੌੜੇ ਕਸੈਲੇ। ਤੇ ਬਾਕੀ ਜ਼ਿੰਦਗੀ ਜਿੰਦਾਬਾਦ ਆ। ਮਿਲਾਂਗੇ ਕਿਤੇ ਫਿਰ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।